ਕਾਂਗਰਸ ਦੇ ਰਾਜ ਦੇ ਦੌਰਾਨ ਖਾਸ ਤੌਰ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਟਰਮ ਦੇ ਵੇਲੇ ਜਿਹੜਾ ਵਿਅਕਤੀ ਸਭ ਤੋਂ ਵੱਧ ਚਰਚਿਤ ਰਿਹਾ ਉਹ ਸਾਧੂ ਧਰਮਸੋਤ ਸੀ। ਦੋਨਾਂ ਹੱਥਾਂ ਦੇ ਨਾਲ ਇਸ ਬੰਦੇ ਨੇ ਪੈਸਾ ਹੁੰਜਿਆ। ਕਾਂਗਰਸੀਆਂ ਨੂੰ ਵਕਤ ਪੈ ਗਿਆ ਬਈ ਇਹੋ ਜਿਹੇ ਹੀਰੇ ਜਿਹੜੇ ਨੇ ਜੇ ਉਹ ਫਸ ਗਏ ਤੇ ਅਸੀਂ ਜਾਵਾਂਗੇ ਕਿੱਥੇ, ਕਿਉਂਕਿ ਰਹਿ ਉਹਨੇ ਇੱਕ ਗਏ ਆ। ਇਹਨਾਂ ਨੂੰ ਇਹ ਭੁੱਲ ਗਿਆ ਵੀ ਕੈਪਟਨ ਅਮਰਿੰਦਰ ਸਿੰਘ ਹੋਰੀ ਤਾਂ ਟਾਈਮ ਦੇ ਕੇ ਵੀ ਕਿਸੇ ਨੂੰ ਨਹੀਂ ਸੀ ਮਿਲਦੇ। ਇਹਨਾਂ ਦੀ ਜੁਰਤ ਸੀ ਕਿ ਸੀਸਵਾਂ ਵਾਲੀ ਸਾਈਡ ਦੇ ਉੱਤੇ ਕਦੀ ਜਾ ਸਕਦੇ। ਇਹ ਜੋ ਡਰਾਮਾ ਕਾਂਗਰਸ ਨੇ ਸਿੱਧੂ ਮੂਸੇਵਾਲੇ ਦੀ ਮੌਤ ਦੇ ਉੱਤੇ ਕੀਤਾ, ਕੋਰ ਕਮੇਟੀ 'ਚ ਪਾਸ ਕਰ ਲਿਆ ਕਿ ਜੀ ਉਹਦੇ ਪਿਤਾ ਨੂੰ ਅਸੀਂ ਟਿਕਟ ਦੇਣੀ ਆ, ਇਹ ਤਾਂ ਬਲਕੌਰ ਸਿੰਘ ਹੋਰੀ ਬਹੁਤ ਸਿਆਣੇ ਨਿਕਲੇ। ਕੁਛ ਇਸ ਤਰੀਕੇ ਨਾਲ ਵੀ ਧਰਮਸੋਤ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ, ਇਹੀ ਰਹਿ ਗਿਆ ਨਾ ਕਸਰ। ਜਾਂ ਸੰਗਤ ਗਿੱਲ ਦੀਆਂ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ। ਕੋਈ ਵੀ ਕਰਪਟ ਬੰਦਾ ਹੋਊਗਾ ਤੇ ਉਹਦੇ ਪਿੱਛੇ ਅਸੀਂ 45 ਡਿਗਰੀ ਤਾਪਮਾਨ ਦੇ ਵਿੱਚ ਬਹਿ ਕੇ ਕਰਪਟ ਵਿਅਕਤੀ ਦੇ ਪਿੱਛੇ ਧਰਨੇ ਲਾਵਾਂਗੇ। ਅਗਲੇ ਕੁਝ ਸਮੇਂ ਦੇ ਦੌਰਾਨ, ਕੁਝ ਸਾਲਾਂ ਦੇ ਵਿੱਚ ਜਿਹੜੇ ਸਿਆਣੇ ਲੋਕ ਨੇ ਉਹ ਇਸ ਸੋਸ਼ਲ ਮੀਡੀਆ ਤੋਂ ਕਿਨਾਰਾ ਕਰ ਲੈਣਗੇ ਕਿ ਕੌਣ ਕਿੰਨਾ ਨਫ਼ਰਤੀ ਭਾਸ਼ਣ ਬੋਲਦਾ ਤੇ ਉਹਨੂੰ ਉਹਨਾਂ ਉੱਚਾ ਅਹੁਦਾ ਦਿੱਤਾ ਜਾਂਦਾ। ਅਲ ਕਾਇਦਾ ਇਹ ਕਹਿੰਦੇ ਕਿ ਅਸੀਂ ਇਹਦਾ ਬਦਲਾ ਲੈਣਾ। ਅੰਕੜੇ ਦੱਸਦੇ ਆ ਕਿ SC/ST ਐਟਰੋਸਿਟੀ ਐਕਟ ਦੇ ਤਹਿਤ ਦਰਜ ਰੇਪ ਦੇ ਮਾਮਲਿਆਂ ਦੇ ਵਿੱਚ ਹਰ 5 ਤੋਂ 4 ਦੋਸ਼ੀ ਬਰੀ ਹੋ ਰਿਹਾ। ਪੰਜਾਬੀ ਨੈਸ਼ਨਲ ਟੀਵੀ ਦੇਖਣ ਵਾਲੇ ਦਰਸ਼ਕਾਂ ਦਾ ਸਵਾਗਤ। ਪ੍ਰੋਗਰਾਮ ਸੱਚੀਆਂ ਤੇ ਖਰੀਆਂ ਪੰਨੂ ਦੀਆਂ ਲੈ ਕੇ ਇੱਕ ਵਾਰ ਫਿਰ ਤੋਂ ਹਾਜ਼ਰ ਹੋ ਗਏ ਹਾਂ। ਕਾਂਗਰਸ ਦਾ ਇੱਕ ਮੰਤਰੀ, ਸਾਬਕਾ ਮੰਤਰੀ ਰੁੱਖ ਮੂੰਹ ਪਾ ਗਿਆ ਤੇ ਕਾਂਗਰਸੀਏ ਉਹਨੂੰ ਬਚਾਉਣ ਲਈ ਘੀਆਂ ਲੈ ਰਹੇ ਨੇ। ਉਧਰ ਮੱਧ ਪ੍ਰਦੇਸ਼ ਦੇ ਵਿੱਚ ਸਿਰਫ ਮੁਆਵਜ਼ਾ ਇਕੱਠਾ ਕਰਨ ਲਈ ਰੇਪ ਕੇਸ ਦਰਜ ਕੀਤੇ ਜਾ ਰਹੇ ਨੇ। ਭਾਜਪਾਈ ਫਸ ਗਏ ਨੇ ਨਫ਼ਰਤੀ ਭਾਸ਼ਣਾਂ ਦੇ ਕਰਕੇ। ਇਹਨਾਂ ਸਾਰੇ ਮੁੱਦਿਆਂ ਤੇ ਤਫਸੀਲ ਜਾਣਾਂਗੇ ਸੀਨੀਅਰ ਪੱਤਰਕਾਰ ਬਲਤੇਜ ਪੰਨੂ ਹੋਰਾਂ ਕੋਲੋਂ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ, ਸਵਾਗਤ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਪੰਨੂ ਸਾਹਿਬ, ਤਿੱਖੜ ਦੁਪਹਿਰਾ, ਵੜਿੰਗ, ਰੰਧਾਵਾ, ਬਾਜਵਾ, ਕਈ ਕਾਂਗਰਸੀਆਂ ਨੂੰ ਲੈ ਕੇ CM ਹਾਊਸ ਦੇ ਬਾਹਰ ਬੈਠੇ ਨੇ। ਉਹ ਕਹਿੰਦੇ ਸਾਡਾ ਸਾਧੂ ਤੇ ਸੁੱਚਾ ਬੜਾ ਆ, ਤੇ ਉਧਰੋਂ CM ਸਾਹਿਬ ਨੇ ਵੀ ਇਹਨਾਂ ਨੂੰ ਚੰਗੀ ਝਾੜ ਪਾਈ ਹੈ। ਕਰਿਓ ਜਰਾ ਸੱਚ ਤੇ ਝੂਠ ਦਾ ਨਤਾਰਾ। ਦੇਖੋ, ਖੈਰ ਸੱਚ ਝੂਠ ਤਾਂ ਜਿਹੜੀ ਉਹ ਅਦਾਲਤਾਂ ਨੇ ਕਰਨਾ ਹੈ। ਬਹੁਤੇ ਕਾਲੇ ਪੈ ਗਏ, ਕੋਈ ਜ਼ਿਆਦਾ ਕਾਲੇ ਪੈ ਗਏ। ਇਹ ਸਭ ਨੂੰ ਪਤਾ ਹੈ ਕਿ ਕਾਂਗਰਸ ਦੇ ਰਾਜ ਦੇ ਦੌਰਾਨ ਖਾਸ ਤੌਰ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਟਰਮ ਦੇ ਵੇਲੇ ਜਿਹੜਾ ਵਿਅਕਤੀ ਸਭ ਤੋਂ ਵੱਧ ਚਰਚਿਤ ਰਿਹਾ ਉਹ ਸਾਧੂ ਧਰਮਸੋਤ ਸੀ। ਸੰਗਤ ਗਿੱਲ ਜੀਆਂ ਬਾਅਦ ਚ ਆਉਂਦਾ, ਉਹ ਬਾਅਦ ਚ ਆ ਕੇ ਜਿਹੜੇ ਟਰੀ ਗਾਰਡ ਨੇ ਉਹਦੇ ਕੋਲ ਪੈਸੇ ਜ਼ਿਆਦਾ ਇਕੱਠੇ ਕਰ ਗਿਆ। ਪੈਸੇ ਤਾਂ ਕਈ ਹੋਰ ਮਾਮਲਿਆਂ ਦੇ ਵਿੱਚ ਵੀ ਉਹਨੇ ਇਕੱਠੇ ਕੀਤੇ। ਸਾਧੂ ਧਰਮਸੋਤ ਦੀ ਕਰਪਸ਼ਨ ਦੇ ਉੱਤੇ, ਕਰਪਸ਼ਨ ਦੇ ਕਿੱਸੇ ਬਹੁਤ ਲੰਬੇ ਚੌੜੇ ਨੇ। ਇੰਨੇ ਲੰਬੇ ਚੌੜੇ ਨੇ ਜਿੰਨੇ ਤੁਸੀਂ ਸੁਣ ਲਓ ਉਹਨੇ ਥੋੜੇ ਨੇ। ਦੋਨਾਂ ਹੱਥਾਂ ਦੇ ਨਾਲ ਇਸ ਬੰਦੇ ਨੇ ਪੈਸਾ ਹੁੰਜਿਆ। ਹੰਕਾਰੀ ਐਡਾ, ਕਿਸੇ ਨੂੰ ਏਰੀਏ ਦੇ ਵਿੱਚ ਪੁੱਛ ਕੇ ਦੇਖੋ ਤੁਸੀਂ ਕਿ ਕਿਸ ਕਿਸਮ ਦੇ ਨਾਲ ਉਹ ਬੰਦੇ ਨੂੰ ਬੰਦਾ ਨਹੀਂ ਸੀ ਸਮਝਦਾ। ਜਦੋਂ ਫਸ ਗਿਆ ਤੇ ਇਹ ਵੀ ਕਹਿੰਦਾ ਵੀ ਮੈਂ ਤਾਂ ਕੈਪਟਨ ਅਮਰਿੰਦਰ ਸਿੰਘ ਦਾ ਸੀਰੀ ਹਾਂ, ਇੱਥੋਂ ਤੱਕ ਚਲੇ ਗਿਆ। ਤੇ ਕੈਪਟਨ ਅਮਰਿੰਦਰ ਸਿੰਘ ਵੀ ਗਾ ਉਸੇ ਤਰ੍ਹਾਂ ਦੇ ਕੱਢ ਕੇ ਕਲੀਨ ਚਿੱਟ ਦੇਤੀ ਸਾਧੂ ਧਰਮਸੋਤ ਨੂੰ। ਨਾਲ ਦੀ ਨਾਲ ਫਾਈਲ ਜਿਹੜੀ ਸੀਗੀ ਉਹ ਬਣਾ ਕੇ ਕੋਲ ਰੱਖ ਛੱਡੀ। ਫਾਈਲਾਂ ਤਾਂ ਬਾਕੀਆਂ ਦੀਆਂ ਵੀ ਬਣਾਈਆਂ ਸੀ। ਜਦੋਂ ਕੁਝ ਉਲਟ ਫੇਰ ਹੋਇਆ ਪੰਜਾਬ ਵਿਜੀਲੈਂਸ ਦੇ ਵਿੱਚ ਤੇ ਫਿਕਰ ਪੈ ਗਿਆ ਬਹੁਤਿਆਂ ਨੂੰ ਜਿਨ੍ਹਾਂ ਨੇ ਕਿੱਟਾਂ ਦੇ ਪੈਸੇ ਖਾਧੇ ਸੀਗੇ। ਲੋਕ ਮਰ ਰਹੇ ਸੀ ਕਰੋਨਾ ਦੇ ਵਿੱਚ, ਇਹ ਪੈਸੇ ਇਕੱਠੇ ਕਰ ਰਹੇ ਸੀ। ਗਊਸ਼ਾਲਾ ਦੇ ਨਾਂ ਦੇ ਹੇਠ ਜ਼ਮੀਨਾਂ ਆਪਣੇ ਨਾਮ ਕਰਵਾ ਲੀਆਂ। ਜਦੋਂ ਲੱਗਿਆ ਸ਼ਿਕੰਜਾ ਟਾਈਟ ਹੋ ਸਕਦਾ ਤੇ ਉਸ ਤੋਂ ਬਾਅਦ ਮਾਰੀ ਛਾੜ ਤੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਚਲੇ ਗਏ। ਮੇਰੇ ਕੋਲ ਇੱਕ ਲੈਟਰ ਮੌਜੂਦ ਹੈ। ਜਦੋਂ ਰਾਜਕੁਮਾਰ ਵੇਰਕਾ ਬਣੇ ਮਿਨਿਸਟਰ ਤੇ ਜਿਹੜੇ ਮੈਡੀਕਲ ਕਾਲਜ ਨੇ ਨਾ ਜੀ, ਜਿਹੜੇ ਨਰਸਿੰਗ ਕਾਲਜਸ ਨੇ, ਉਹਨਾਂ ਨੂੰ ਲੈਟਰ ਕੱਢਦੇ ਆ, ਇੱਕ ਇਹਨਾਂ ਦਾ ਡਿਪਾਰਟਮੈਂਟ ਕੱਢਦਾ ਕਿ ਜਿਹੜੇ ਕਾਲਜਸ ਨੇ ਉਹਨਾਂ
ਦੇ ਉੱਤੇ ਰੇਡ ਮਾਰੀਆਂ ਜਾਣਗੀਆਂ ਤੇ ਚੈੱਕ ਕੀਤਾ ਜਾਊਗਾ ਵੀ ਉਹ ਠੀਕ ਠਾਕ ਕੰਮ ਕਰ ਰਹੇ ਆ। ਜੇ ਕਿਸੇ ਜਗ੍ਹਾ ਦੇ ਉੱਤੇ ਕੋਈ ਊਣਤਾਈ ਪਾਈ ਗਈ ਤਾਂ ਤੁਰੰਤ ਮੌਕੇ ਦੇ ਉੱਤੇ ਉਹਦਾ ਲਾਇਸੈਂਸ ਸਸਪੈਂਡ ਕਰ ਦਿੱਤਾ ਜਾਊਗਾ। ਜਿਹੜੇ ਨਰਸਿੰਗ ਕਾਲਜਸ ਵਾਲੇ ਸੀ ਉਹ ਇਕੱਠੇ ਹੋ ਕੇ ਮੰਤਰੀ ਜੀ ਤੱਕ ਪਹੁੰਚ ਗਏ ਵੀ ਮੰਤਰੀ ਜੀ ਕੀ ਗਲਤੀ ਹੋ ਗਈ, ਏਡੀ ਵੱਡੀ ਚਿੱਠੀ ਕੱਢਤੀ। ਕਹਿੰਦੇ ਹਫਤਾ ਹੋ ਗਿਆ ਮੈਨੂੰ ਮੰਤਰੀ ਬਣਿਆ, ਤੁਸੀਂ ਅਜੇ ਤੱਕ ਸਤਿ ਸ੍ਰੀ ਅਕਾਲ ਨਹੀਂ ਬੁਲਾਉਣ ਆਏ। ਫਿਰ ਉਹਨਾਂ ਨੇ ਇਕੱਠੇ ਹੋ ਕੇ ਸਤਿ ਸ੍ਰੀ ਅਕਾਲ ਬੁਲਾਤੀ। ਅਗਲੇ ਹਫਤੇ ਮੰਤਰੀ ਜੀ ਨੇ ਇੱਕ ਹੋਰ ਚਿੱਠੀ ਪਾਤੀ ਵੀ ਜਿਹੜਾ ਪਿਛਲੇ ਹਫਤੇ ਕੱਢੀ ਸੀਗੀ ਚਿੱਠੀ ਵੀ ਤੁਹਾਡੀ ਸਾਰਿਆਂ ਦੀ ਆ ਕੇ ਅਸੀਂ ਛਾਣਬੀਣ ਕਰਨੀ ਆ, ਉਹ ਅਣਮਿੱਥੇ ਸਮੇਂ ਲਈ ਰੱਦ ਕੀਤੀ ਜਾਂਦੀ ਹੈ। ਦੋਨੋਂ ਚਿੱਠੀਆਂ ਨੰਬਰ ਲੱਗੀਆਂ ਹੋਈਆਂ ਹੈਗੀਆਂ ਨੇ, ਮਤਲਬ ਕਿ ਸਤਿ ਸ੍ਰੀ ਅਕਾਲ ਬੁਲਾਈ ਗਈ, ਸਾਰਾ ਕੁਝ ਠੀਕ ਠਾਕ ਹੋ ਗਿਆ, ਘੱਟ ਕਿਸੇ ਨੇ ਨਹੀਂ ਕੀਤੀ। ਕਹਿਣ ਦਾ ਭਾਵ ਇਹ ਆ ਘੱਟ ਕਿਸੇ ਨੇ ਨਹੀਂ ਕੀਤੀ, ਜਿਹਦਾ ਦਾ ਲੱਗਿਆ ਉਹਨੇ ਰੱਜ ਕੇ ਲੁੱਟਿਆ। ਜਦੋਂ ਧਰਮਸੋਤ ਦੇ ਉੱਤੇ ਕਾਰਵਾਈ ਕਰਨ ਦਾ ਵੇਲਾ ਸੀ ਉਸ ਵੇਲੇ ਨਹੀਂ ਕੀਤੀ ਗਈ। ਗਰੀਬ ਘਰਾਂ ਦੇ ਬੱਚੇ, ਉਹਨਾਂ ਦੇ ਵਜ਼ੀਫੇ ਤੱਕ ਇਹ ਬੰਦਾ ਛਕ ਗਿਆ। ਅੱਜ 45 ਡਿਗਰੀ ਤਾਪਮਾਨ ਭੁਗਤ ਰਹੇ ਆ ਆਪਾਂ, ਕਿਤੇ ਨਾ ਕਿਤੇ ਰੁੱਖਾਂ ਦੀ ਗੱਲ ਚੱਲਦੀ ਆ। ਸਿੱਧੂ ਮੂਸੇਵਾਲਾ ਦੇ ਭੋਗ ਦੇ ਉੱਤੇ ਵੀ ਉਹਦੀ ਮਦਰ ਨੇ ਵੀ ਲੋਕਾਂ ਨੂੰ ਇਹ ਸੁਨੇਹਾ ਦਿੱਤਾ ਵੀ ਰੁੱਖ ਲਾਓ। ਅੱਜ ਚਫੇਰੇ ਇਸ ਗੱਲ ਨੂੰ ਲੈ ਕੇ ਚਰਚਾ ਹੋ ਰਿਹਾ। ਆਪਾਂ ਇਸ ਪ੍ਰੋਗਰਾਮ ਦੇ ਉੱਤੇ ਇਹ ਵੀ ਚਰਚਾ ਕੀਤਾ ਕਿ ਕਿਸਾਨਾਂ ਨੇ ਕਿਵੇਂ ਨਾੜ ਨੂੰ ਅੱਗ ਲਾਉਂਦਿਆਂ ਕਿੰਨਾ ਰੁੱਖ ਸਾੜ ਦਿੱਤਾ, ਉਹਦਾ ਬੁਰਾ ਵੀ ਲੋਕਾਂ ਨੇ ਬਹੁਤ ਮਨਾਇਆ। ਇਹ ਬੰਦੇ ਨੇ ਰੁੱਖ ਵੱਢਣ ਦੇ ਉੱਤੇ ਕੋਈ ਕਸਰ ਨਾ ਛੱਡੀ। 500 ਰੁਪਈਆ, ਮਹਿਜ 500 ਰੁਪਈਆ ਇੱਕ ਰੁੱਖ ਦਾ ਲੈ ਕੇ ਇਹਨੇ ਰੁੱਖ ਵਢਾਏ। ਹਾਂ, ਜਦੋਂ ਤੁਸੀਂ ਕੈਲਕੂਲੇਟ ਕਰਦੇ ਹੋ 35,000 ਰੁੱਖ ਨੂੰ ਤੇ ਉਹ ਕਰੋੜਾਂ ਰੁਪਈਏ ਬਣ ਜਾਂਦੇ ਆ। ਇਹਨੇ ਉਹ ਕਰੋੜਾਂ ਰੁਪਈਏ ਕਮਾਏ। ਹੁਣ ਬਾਕੀ ਜਿਹੜੇ ਘਪਲੇ ਨੇ ਇਹਦੇ ਉਹ ਹੌਲੀ ਹੌਲੀ ਸਾਹਮਣੇ ਆਉਣੇ ਸ਼ੁਰੂ ਹੋ ਗਏ। ਸਰਕਾਰ ਤੱਕ ਉਹ ਲੋਕ ਵੀ ਪਹੁੰਚਣ ਲੱਗ ਗਏ ਜਿਨ੍ਹਾਂ ਦੇ ਕੋਲੇ ਪੈਸੇ ਰੱਖਦਾ ਸੀ। ਉੱਤਰ ਪ੍ਰਦੇਸ਼ ਦੇ ਵਿੱਚ ਜਿਹੜੀ ਜ਼ਮੀਨ ਬਣਾਈ ਉਹਦੀ ਵੀ ਫਰੋਲਾ ਫਰਾਲੀ ਸ਼ੁਰੂ ਹੋ ਗਈ। ਬੇਨਾਮੀ ਜਾਇਦਾਦ ਮੁਹਾਲੀ, ਪਟਿਆਲਾ, ਜ਼ੀਰਕਪੁਰ ਦੇ ਵਿੱਚ ਬਹੁਤ ਸਾਰੀ ਬਣਾਈ, ਫਰੋਲਾ ਫਰਾਲੀ ਉਹਦੀ ਵੀ ਸ਼ੁਰੂ ਹੋ ਗਈ। ਕਾਂਗਰਸੀਆਂ ਨੂੰ ਵਕਤ ਪੈ ਗਿਆ ਬਈ ਇਹੋ ਜਿਹੇ ਹੀਰੇ ਜਿਹੜੇ ਨੇ ਜੇ ਉਹ ਫਸ ਗਏ ਤੇ ਅਸੀਂ ਜਾਵਾਂਗੇ ਕਿੱਥੇ, ਕਿਉਂਕਿ ਰਹਿ ਉਹਨੇ ਇੱਕ ਗਏ ਆ। ਜਾਂ ਤਾਂ ਭਾਰਤੀ ਜਨਤਾ ਪਾਰਟੀ ਚਲੇ ਗਏ ਆ ਬਹੁਤੇ, ਜਾਂ ਇਹਨਾਂ ਮਾਮਲਿਆਂ 'ਚ ਫੜੇ ਗਏ ਆ। ਹੁਣ ਜਿੰਨੇ ਇੱਕ ਰਹਿ ਗਏ ਆ ਉਹਨਾਂ ਨੂੰ ਲੈ ਕੇ ਰਾਜਾ ਵੜਿੰਗ ਹੁਰੀ ਬਿਨਾਂ ਟਾਈਮ ਲਏ ਤੋਂ ਚਲੇ ਗਏ ਮੁੱਖ ਮੰਤਰੀ ਹੋਰਾਂ ਦੇ ਘਰ, ਦਫ਼ਤਰ ਉਹਨਾਂ ਦੇ। ਔਰ ਜਦੋਂ ਉੱਥੇ ਇਹ ਆਖਿਆ ਗਿਆ ਵੀ ਟਾਈਮ ਤਾਂ ਤੁਸੀਂ ਲੈ ਕੇ ਨਹੀਂ ਆਏ, ਚਲੋ ਟਾਈਮ ਲੈ ਲਓ, ਤੁਹਾਨੂੰ ਮਿਲ ਜ਼ਰੂਰ ਲੈਣਗੇ ਮੁੱਖ ਮੰਤਰੀ। ਇਹਨਾਂ ਨੂੰ ਇਹ ਭੁੱਲ ਗਿਆ ਵੀ ਕੈਪਟਨ ਅਮਰਿੰਦਰ ਸਿੰਘ ਹੁਰੀ ਤਾਂ ਟਾਈਮ ਦੇ ਕੇ ਵੀ ਕਿਸੇ ਨੂੰ ਨਹੀਂ ਸੀ ਮਿਲਦੇ। ਇਹਨਾਂ ਦੀ ਜੁਰਤ ਸੀ ਕਿ ਸੀਸਵਾਂ ਵਾਲੀ ਸਾਈਡ ਦੇ ਉੱਤੇ ਕਦੀ ਜਾ ਸਕਦੇ। ਇਹਨਾਂ ਦੀ ਹਿੰਮਤ ਹੀ ਨਹੀਂ ਸੀ, ਮੰਤਰੀ ਦੀ ਕਿਸੇ ਦੀ ਹਿੰਮਤ ਨਹੀਂ ਸੀ ਪੈਂਦੀ ਕਿ ਆਪਣੇ ਮੁੱਖ ਮੰਤਰੀ ਦੇ ਘਰ ਜਾ ਸਕੇ। ਧਿਆਨ ਡਾਈਵਰਟ ਕਰਨ ਦੇ ਵਾਸਤੇ ਇਹ ਸਾਰਾ ਕੁਝ ਕਰ ਰਹੇ ਆ। ਜੋ ਡਰਾਮਾ ਕਾਂਗਰਸ ਨੇ ਸਿੱਧੂ ਮੂਸੇਵਾਲੇ ਦੀ ਮੌਤ ਦੇ ਉੱਤੇ ਕੀਤਾ, ਕੋਰ ਕਮੇਟੀ 'ਚ ਪਾਸ ਕਰ ਲਿਆ ਕਿ ਜੀ ਉਹਦੇ ਪਿਤਾ ਨੂੰ ਅਸੀਂ ਟਿਕਟ ਦੇਣੀ ਆ। ਇਹ ਤਾਂ ਬਲਕੌਰ ਸਿੰਘ ਹੁਰੀ ਬਹੁਤ ਸਿਆਣੇ ਨਿਕਲੇ ਜਿਨ੍ਹਾਂ ਨੇ ਇਹ ਕਹਿਤਾ ਵੀ ਮੇਰੇ ਪੁੱਤ ਦਾ ਸਿਵਾ ਨਹੀਂ ਅਜੇ ਠੰਡਾ ਹੋਇਆ ਤੇ ਮੈਂ ਤੁਹਾਡੀ ਇਹ ਟਿਕਟ ਜਿਹੜੀ ਉਹ ਕਿਵੇਂ ਐਕਸੈਪਟ ਕਰ ਲਾਂ, ਮੈਂ ਸਿਆਸਤ ਦੇ ਵਿੱਚ ਕਿਵੇਂ ਆ ਜਾਵਾਂ। ਨਹੀਂ ਤਾਂ ਘੱਟ ਤਾਂ ਨਹੀਂ ਕੀਤੀ ਇਹਨਾਂ ਨੇ। 8 ਤਰੀਕ ਨੂੰ ਭੋਗ ਸੀ, ਇਹ 6 ਤਰੀਕ ਨੂੰ ਹੋ ਸਕਦਾ ਸੀ ਕੋਈ ਉਹੋ ਜਿਹਾ ਬੰਦਾ ਹੁੰਦਾ ਤੇ ਉਹ 6 ਤਰੀਕ ਨੂੰ ਪੇਪਰ ਭਰਦਾ ਫਿਰਦਾ ਵੀ ਭੋਗ ਬਾਅਦ 'ਚ ਪਾਵਾਂਗੇ। ਇਹਨਾਂ ਨੇ ਕਸਰ ਨਹੀਂ ਛੱਡੀ, ਉਹ ਪਤਾ ਨਹੀਂ ਚੱਲਿਆ। ਤੇ ਹੁਣ ਇਹ ਸਾਧੂ ਸੁਭਾਅ ਵਾਲੇ ਧਰਮਸੋਤ ਦੇ ਪਿੱਛੇ ਇਕੱਠੇ ਹੋ ਕੇ ਚਲੇ ਗਏ। ਔਰ ਜਦੋਂ ਚਾਹ ਪਾਣੀ ਅੰਦਰ ਪਿਆਇਆ ਗਿਆ ਇਹਨਾਂ ਨੂੰ, ਚਾਹ ਪਾਣੀ ਪੀ ਕੇ ਉੱਥੇ ਧਰਨਾ ਦੇ ਕੇ ਬਹਿ ਗਏ। ਔਰ ਕਹਿ ਲਓ ਕਿ ਕੁਛ ਇਸ ਤਰੀਕੇ ਨਾਲ ਵੀ ਧਰਮਸੋਤ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ, ਇਹੀ ਰਹਿ ਗਿਆ ਨਾ ਕਸਰ। ਜਾਂ ਸੰਗਤ ਗਿਲਜੀਆਂ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ, ਕੁਝ ਉਸ ਕਿਸਮ ਦੇ ਨਾਲ ਉੱਥੇ ਇਕੱਠੇ ਹੋ ਗਏ। ਔਰ ਰੌਲਾ ਰੱਪਾ ਜਿਹੜਾ ਸੀ ਉਹ ਪੈ ਗਿਆ ਕਿਉਂਕਿ ਸੀਐਮ ਹਾਊਸ ਹੈ, ਉਹਦੀ ਸਿਕਿਉਰਿਟੀ ਹੈ। ਇਹਨਾਂ ਨੂੰ ਕਿਹੜਾ ਨਹੀਂ ਪਤਾ, ਕਾਂਗਰਸੀਆਂ ਨੂੰ ਇਹਨਾਂ ਨੂੰ ਸਭ ਪਤਾ। ਪਰ ਇਹ ਆ ਕਿ ਮੋਹ ਐਡਾ ਪਿਆ ਹੋਇਆ ਉਹਨਾਂ ਕੋਠੀਆਂ ਦੇ ਨਾਲ, ਇੱਕ ਪਾਸੇ ਤੋਂ ਛੱਡ ਦਿਓ ਜਾ ਕੇ ਖੜੇ ਹੀ ਉੱਥੇ ਹੁੰਦੇ ਆ। ਜਿਵੇਂ ਯਕੀਨ ਨਹੀਂ ਹੋ ਰਿਹਾ ਵੀ ਇਹਨਾਂ ਕੋਠੀਆਂ ਦੇ ਵਿੱਚ ਰਵਾਇਤੀ ਪਾਰਟੀਆਂ ਤੋਂ ਬਿਨਾਂ ਕੋਈ ਹੋਰ ਆ ਕੇ ਬਹਿ ਕਿਵੇਂ ਗਿਆ। ਜਾਂ ਧਰਮਸੋਤ ਤੇ ਉਹਦੇ ਨਾਲ ਦੇ ਜਿਹੜੇ ਫੜੇ ਗਏ ਆ
ਵੀ ਉਹ ਬਾਕੀਆਂ ਦੇ ਭੇਦ ਨਾ ਖੋਲਦੇ ਹੋਣ। ਜਿਹੜੇ ਨਾਲ 2-3 ਬੈਠੇ ਸੀਗੇ ਉਹਨਾਂ ਦੇ ਵਾਸਤੇ ਤਾਂ ਲੱਖਾਂ ਗੋਲੀਆਂ ਦਾ ਜਿਹੜੀਆਂ ਦਿੱਤੀਆਂ ਜਾਂਦੀਆਂ ਨੇ ਨਸ਼ਾ ਕਰਨ ਵਾਲਿਆਂ ਨੂੰ, ਉਹਨਾਂ ਦਾ ਮਾਮਲਾ ਵਾਵਾ ਚੱਲੀ ਜਾਂਦਾ ਔਰ ਵਾਰੀ ਉਹਨਾਂ ਦੀ ਵੀ ਆ ਸਕਦੀ ਹੈ, ਫਾਈਲਾਂ ਉਹਨਾਂ ਦੀਆਂ ਖੁੱਲ ਸਕਦੀਆਂ ਨੇ। ਡਰ ਉਹਨਾਂ ਨੂੰ ਇਹ ਪਿਆ ਹੋਇਆ ਵੀ ਚਲੋ ਸਾਧੂ ਸੁਭਾਅ ਵਾਲਾ ਧਰਮ ਸੋਚਤਾ ਗਿਆ, ਕਿਤੇ ਕਹਾਣੀ ਸਾਡੇ ਵਾਲੇ ਪਾਸੇ ਨੂੰ ਨਾ ਆਉਂਦੀ ਹੋਵੇ। ਜਿੰਨੀ ਕਰਪਸ਼ਨ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਰਾਜ ਦੇ ਵਿੱਚ ਤੇ ਬਾਅਦ ਦੇ ਵਿੱਚ ਥੋੜੇ ਜਿਹੇ ਚਿਰ ਲਈ ਬਣੀ ਚੰਨੀ ਸਰਕਾਰ ਦੇ ਸਮੇਂ ਦੇ ਵਿੱਚ ਹੋਈ ਆ, ਉਹਨੇ ਰਿਕਾਰਡ ਤੋੜ ਕੇ ਰੱਖ ਦਿੱਤੇ। ਇਹ 'ਚ ਕੋਈ ਸ਼ੱਕ ਨਹੀਂ। 10 ਸਾਲ ਅਕਾਲੀ ਭਾਜਪਾ ਦੇ ਰਾਜ ਦੇ ਵਿੱਚ ਵੀ ਪੰਜਾਬ ਨੂੰ ਲੁੱਟਿਆ ਗਿਆ, ਰੱਜ ਕੇ ਲੁੱਟਿਆ ਗਿਆ। ਕਸਰ ਮੁੜ ਕੇ ਕੈਪਟਨ ਅਮਰਿੰਦਰ ਸਿੰਘ ਦੇ ਵਜ਼ੀਰਾਂ ਵੀ ਕੋਈ ਨਹੀਂ ਛੱਡੀ, ਨਾਲ ਹੀ ਸੀ ਬੈਠੇ ਇਹਦੇ, ਇਹਨਾਂ ਨੇ ਕਿਹੜਾ ਕੋਈ ਕਸਰ ਉੱਥੇ ਛੱਡੀ ਹੈ। ਇਹ ਕਿਉਂ ਨਹੀਂ ਇਹ ਕਹਿੰਦੇ ਕਿ ਇਨਵੈਸਟੀਗੇਸ਼ਨ ਚੱਲ ਰਹੀ ਆ, ਫੇਰ ਇਨਵੈਸਟੀਗੇਸ਼ਨ ਕਰਵਾ ਲਓ, ਅਦਾਲਤ ਜੋ ਕਰੂਗੀ ਉਹ ਠੀਕ ਹੋਊਗਾ। ਇੱਕ ਵਿਅਕਤੀ ਜਿਹਦੇ ਵਾਸਤੇ ਇੱਕ ਡੀਐਫਓ ਨੇ ਦੋਸ਼ ਲਾਤੇ, ਡਾਇਰੀ ਦੇ ਵਿੱਚ ਸਾਰਾ ਕੁਝ ਲਿਖਿਆ ਹੋਇਆ, 21% ਜੰਗਲਾਤ ਚਾਹੀਦਾ, 3% ਵੀ ਨਹੀਂ ਰਹਿ ਗਿਆ। ਜਿਹੜੇ ਰੁੱਖਾਂ ਤੱਕ ਚੱਟ ਗਏ, ਉਸ ਬੰਦੇ ਦੇ ਪਿੱਛੇ ਜੇ ਕਾਂਗਰਸ ਜਾ ਕੇ ਕਾਂਗਰਸ ਦੇ ਆਗੂ ਖੜ ਕੇ ਨਾਅਰੇ ਲਾ ਰਹੇ ਆ ਤੇ ਇਹ ਕਿਹਾ ਜਾ ਸਕਦਾ ਕਿ ਮਾਨਸਿਕਤਾ ਇਹਨਾਂ ਦੀ ਉਹ ਕਾਇਮ ਨਹੀਂ ਰਹੀ। ਅਜੇ ਕੋਈ ਕਸਰ ਹੈ ਪੰਜਾਬ ਦੇ ਵਿੱਚ? ਪੰਜਾਬ ਦੇ ਵਿੱਚ ਛੱਡਿਆ ਕੀ ਆ ਪਿਛਲੇ ਸਮੇਂ ਦੇ ਦੌਰਾਨ ਪਿਛਲੀਆਂ ਸਰਕਾਰਾਂ ਨੇ? ਰਾਜਾ ਵੜਿੰਗ ਹੋਰੀ ਹੋਏ, ਪ੍ਰਗਟ ਸਿੰਘ ਹੋਰੀ ਹੋਏ, ਇਹਨਾਂ ਤੋਂ ਘੱਟੋ ਘੱਟ ਇਹ ਆਸ ਕੀਤੀ ਜਾਂਦੀ ਸੀਗੀ ਕਿ ਸ਼ਾਇਦ ਇਹ ਕੁਝ ਵੱਖਰੇ ਤਰੀਕੇ ਦੇ ਨਾਲ ਸੋਚਣ ਵਾਲਿਆਂ ਦੇ ਵਿੱਚੋਂ ਨੇ। ਇਹ ਤਾਂ ਉਹੀ ਨੇ ਜਿਹੋ ਜਿਹੇ ਰਵਾਇਤੀ ਲੀਡਰ ਹੁੰਦੇ ਸੀਗੇ, ਉਹੀ ਕੁਝ ਇਹ ਕਹੀ ਜਾਂਦੇ ਆ ਕਿ ਇਹ ਜੀ ਇਹ ਤਾਂ ਪੋਲੀਟੀਕਲ ਵੈਡੈਂਟਾ ਹੈ, ਇਹ ਤਾਂ ਰਾਜਸੀ ਬਦਲਾਖੋਰੀ ਹੈ। ਰਾਜਸੀ ਬਦਲਾਖੋਰੀ ਕਿਵੇਂ ਹੋ ਗਈ? 2 ਦਲਾਲ ਛੱਡੇ ਹੋਏ ਸਾਧੂ ਧਰਮਸੋਤ ਨੇ, ਇੱਕ ਇੱਥੇ ਪਟਿਆਲੇ ਦੇ ਵਿੱਚ ਚਮਕੌਰ ਸਿਓ ਤੇ ਉੱਥੇ ਖੰਨੇ ਦੇ ਵਿੱਚ ਜਗਬਾਣੀ ਅਖਬਾਰ ਵਾਲਾ ਕਮਲਜੀਤ, ਜਿਹੜਾ ਕਿ ਪੈਸੇ ਇਕੱਠੇ ਕਰ ਕਰਕੇ ਇਹਨੂੰ ਦਿੰਦਾ ਸੀ ਤੇ ਆਪਣੇ ਹਿੱਸੇ ਰੱਖਦਾ ਸੀ। ਘੱਟੋ ਘੱਟ ਥੋੜਾ ਇੰਤਜ਼ਾਰ ਤਾਂ ਕਰ ਲਓ, ਇਨਵੈਸਟੀਗੇਸ਼ਨ ਤਾਂ ਸਾਹਮਣੇ ਆ ਲੈਂਦੇ ਹੋ। ਕਿਉਂ ਪੰਜਾਬ ਦੇ ਲੋਕਾਂ ਨੂੰ ਰਹਿੰਦਿਆਂ ਖੁੰਦਿਆਂ ਨੂੰ ਵੀ ਆਪਣੇ ਵਿਰੋਧ ਦੇ ਵਿੱਚ ਖੜਾ ਕਰ ਰਹੇ ਹੋ? ਜਿੰਨੇ ਕੁ ਤੁਹਾਡੇ ਜਿੱਤੇ ਆ ਉਹਨਾਂ ਨੂੰ ਨਾਲ ਲਿਜਾ ਕੇ ਤੁਸੀਂ ਇਹ ਦੱਸਣ ਦੀ ਕੋਸ਼ਿਸ਼ ਦੇ ਵਿੱਚ ਹੋ ਕਿ ਕੋਈ ਵੀ ਕਰਪਟ ਬੰਦਾ ਹੋਊਗਾ ਤੇ ਉਹਦੇ ਪਿੱਛੇ ਅਸੀਂ 45 ਡਿਗਰੀ ਤਾਪਮਾਨ ਦੇ ਵਿੱਚ ਬਹਿ ਕੇ ਕਰਪਟ ਵਿਅਕਤੀ ਦੇ ਪਿੱਛੇ ਧਰਨੇ ਲਾਵਾਂਗੇ ਤੇ ਕੋਈ ਵੀ ਜਿਹੜਾ ਬੰਦਾ ਫੜਿਆ ਜਾਊਗਾ ਅਸੀਂ ਇਹ ਆਖਾਂਗੇ ਕਿ ਇਹ ਸਿਆਸੀ ਬਦਲਾਖੋਰੀ ਦੇ ਤਹਿਤ ਮਾਮਲਾ ਦਰਜ ਹੋਇਆ। ਜੇ ਤੁਸੀਂ ਕੱਲ ਪ੍ਰੈਸ ਕਾਨਫਰੰਸ ਇੱਕ ਦੇਖੀ ਹੋਵੇ ਜਿਹਦੇ ਵਿੱਚ ਅਕਾਲੀ ਦਲ ਬਾਦਲ ਦੇ ਹਰਸਿਮਰਤ ਕੌਰ ਬਾਦਲ ਤੇ ਗੁਨੀਵ ਕੌਰ ਹੋਰੀ ਰਾਜਪਾਲ ਨੂੰ ਇੱਕ ਚਿੱਠੀ ਸੌਂਪਣ ਤੋਂ ਬਾਅਦ ਕਹਿ ਰਹੇ ਸੀਗੇ, ਹਰਪ੍ਰੀਤ ਸਿੱਧੂ ਹੋਰਾਂ ਦੇ ਉੱਤੇ ਉਹ ਲਾ ਰਹੇ ਸੀ ਕਿ ਹਰਪ੍ਰੀਤ ਸਿੱਧੂ ਹੋਰਾਂ ਨੂੰ ਜੇਲ੍ਹਾਂ ਦਾ ਵਾਧੂ ਇੰਚਾਰਜ ਕਿਉਂ ਦੇ ਦਿੱਤਾ, ਵੀ ਹੁਣ ਜਿਹੜੇ ਤੁਹਾਡੇ ਪਸੰਦੀਦਾ ਸੀ ਸਮੇਧ ਸੈਣੀ ਵਰਗੇ ਉਹਨਾਂ ਨੂੰ ਉਹ ਦੇ ਦੇਣ। ਹਰਪ੍ਰੀਤ ਸਿੱਧੂ ਦੇ ਉੱਤੇ ਤੁਸੀਂ ਕਿਹੜਾ ਦੋਸ਼ ਲਾ ਸਕਦੇ ਹੋ ਕਰਪਸ਼ਨ ਦਾ ਜਾਂ ਬੰਦੇ ਮਾਰਨ ਵਾਲਾ? ਕੋਈ ਹੈ ਉਹਦੇ ਉੱਤੇ? ਸਰਕਾਰ ਜੇ ਕੰਮ ਕਰ ਰਹੀ ਆ ਉਹਨੂੰ ਕੁਝ ਸਮਾਂ ਕੰਮ ਕਰ ਲੈਣ ਦਿਓ। ਜੇ ਲੋਕਾਂ ਨੇ ਉਹਨੂੰ ਚੁਣ ਕੇ ਦਿੱਤਾ, ਘੱਟੋ ਘੱਟ 1 ਸਾਲ ਦਾ ਸਮਾਂ ਦਿਓ। ਇੰਨੀ ਕਾਹਲੀ ਵੜਿੰਗ ਸਾਹਿਬ ਕਾਹਦੀ ਪੈ ਗਈ? ਜਿਹੜਾ ਇੱਕ ਨਾਅਰੇ ਦੀ ਮੈਂ ਗੱਲ ਕੀਤੀ ਆ, ਮੇਰਾ ਖਿਆਲ ਉਹ ਵੀ ਹੁਣ ਲਾ ਹੀ ਦੇਵੇ ਕਾਂਗਰਸ, ਤਾਂ ਬਿਹਤਰ ਰਹੂਗੀ ਕਿ ਸੰਗਤ ਗਿਲਜੀਆਂ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ। ਪਨੂ ਸਾਹਿਬ, ਗੱਲਬਾਤ ਦਾ ਸਿਲਸਿਲਾ ਅਸੀਂ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਇਸ ਵੇਲੇ ਪ੍ਰੋਗਰਾਮ 'ਚ ਵੇਲਾ ਇੱਕ ਛੋਟੇ ਜਿਹੇ ਵਕਫੇ ਦਾ ਹੋ ਚੁੱਕਾ ਹੈ। ਜਲਦ ਹਾਜ਼ਰ ਹੁੰਨੇ ਆ। ਬ੍ਰੇਕ ਤੋਂ ਬਾਅਦ ਪ੍ਰੋਗਰਾਮ ਸੱਚੀਆਂ ਤੇ ਖਰੀਆਂ ਪੰਨੂ ਦੀਆਂ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਪੰਨੂ ਸਾਹਿਬ, ਭਾਜਪਾ ਕਾਫੀ ਦਿਨਾਂ ਤੋਂ ਫਸੀ ਹੋਈ ਆ। ਉਹਨਾਂ ਦੀ ਜਿਹੜੀ ਨੂਪੁਰ ਸ਼ਰਮਾ ਆ, ਉਹਨੇ ਪੈਗੰਬਰ ਮੁਹੰਮਦ ਨੂੰ ਲੈ ਕੇ ਇੱਕ ਵਿਵਾਦਤ ਟਿੱਪਣੀ ਦਿੱਤੀ ਸੀ। ਉਸ ਤੋਂ ਬਾਅਦ ਅਰਬ ਦੇਸ਼ ਜਿਹੜੇ ਨੇ ਇੱਕ ਬੰਨੇ ਹੋ ਗਏ ਨੇ, ਭਾਰਤ ਨੂੰ ਕੱਢਦੇ ਨੇ ਡੇਲੇ। ਇਸ ਵੇਲੇ ਭਾਜਪਾ ਬੁਰੀ ਤਰ੍ਹਾਂ ਫਸ ਗਈ ਆ, ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਸਿਆਣੇ ਕਹਿੰਦੇ ਨੇ ਵੀ ਹੱਥਾਂ ਨਾਲ ਦਿੱਤੀਆਂ ਕਈ ਵਾਰੀ ਮੂੰਹ ਨਾਲ ਖੋਲਣੀਆਂ ਪੈਂਦੀਆਂ ਨੇ। ਕੁਝ ਇਹੋ ਜਿਹੀ ਸਿਚੁਏਸ਼ਨ ਭਾਜਪਾ ਦੀ ਬਣਦੀ ਤੁਰੀ ਜਾ ਰਹੀ ਹੈ। ਆਈ ਥਿੰਕ ਜਿਹੜਾ ਗੋਦੀ ਮੀਡੀਆ ਹੈ ਉਹ ਸ਼ਾਮ ਨੂੰ ਜਦੋਂ ਬਹਿ ਜਾਂਦਾ
ਇੱਕੋ ਹੀ ਡਿਬੇਟ ਉਹਨਾਂ ਦੇ ਕੋਲੇ ਹਿੰਦੂ ਮੁਸਲਿਮ ਹਿੰਦੂ ਮੁਸਲਿਮ ਹਿੰਦੂ ਮੁਸਲਿਮ ਇਹੀ ਕਰੀ ਜਾਂਦਾ। ਕੁਰਸੀ ਦੇ ਉੱਤੋਂ ਫੁੱਟ ਫੁੱਟ ਟੱਪ ਟੱਪ ਕੇ ਬੋਲਣ ਵਾਲੇ ਜਿਹੜੇ ਹੋਸਟ ਨੇ ਉਹਨਾਂ ਨੂੰ ਲੱਗਦਾ ਕਿ ਇਸ ਹਿੰਦੂ ਮੁਸਲਿਮ ਵਿਵਾਦ ਦੇ ਹੇਠ ਉਹ ਮਹਿੰਗਾਈ ਵਰਗੇ ਅਹਿਮ ਮੁੱਦੇ ਨੂੰ ਦੱਬ ਦੇਣਗੇ, ਉਹ ਇਸ ਵਿਵਾਦ ਦੇ ਹੇਠ ਬੇਰੁਜ਼ਗਾਰੀ ਵਾਲੇ ਅਹਿਮ ਮੁੱਦੇ ਨੂੰ ਦੱਬ ਦੇਣਗੇ। ਇਸ ਮੁੱਦੇ ਨੂੰ ਦੱਬਣ ਦੇ ਚੱਕਰ ਦੇ ਵਿੱਚ ਹੀ ਅਜਿਹੀਆਂ ਜਿਹੜੀਆਂ ਹੇਟ ਸਪੀਚ ਨੇ ਉਹ ਕਰਵਾਈਆਂ ਜਾਂਦੀਆਂ ਨੇ। ਉਂਝ ਵੈਸੇ ਕਿਤੇ ਨਾ ਕਿਤੇ ਜੇ ਦੇਖਿਆ ਜਾਵੇ ਤਾਂ ਅੱਜ ਜਿਹੜਾ ਸੋਸ਼ਲ ਮੀਡੀਆ ਹੈ ਉਹ ਵੀ ਹੇਟ ਸਪੀਚ ਦਾ ਗੜ ਬਣਦਾ ਤੁਰਿਆ ਜਾ ਰਿਹਾ। ਮੇਰੀ ਗੱਲ ਨੋਟ ਰੱਖਣਾ ਤੁਸੀਂ, ਅਗਲੇ ਕੁਝ ਸਮੇਂ ਦੇ ਦੌਰਾਨ, ਕੁਝ ਸਾਲਾਂ ਦੇ ਵਿੱਚ ਜਿਹੜੇ ਸਿਆਣੇ ਲੋਕ ਨੇ ਉਹ ਇਸ ਸੋਸ਼ਲ ਮੀਡੀਆ ਤੋਂ ਕਿਨਾਰਾ ਕਰ ਲੈਣਗੇ, ਕਿਉਂਕਿ ਨਫ਼ਰਤੀ ਜਿਹੜੇ ਸੁਨੇਹੇ ਨੇ ਉਹਨਾਂ ਨੂੰ ਅੱਗੇ ਫਾਰਵਰਡ ਕਰਨਾ, ਫੇਕ ਅਕਾਊਂਟ ਬਣਾਉਣੇ ਔਰ ਫੇਕ ਅਕਾਊਂਟ ਬਣਾ ਕੇ ਨਫ਼ਰਤੀ ਪ੍ਰਚਾਰ ਕਰਨਾ, ਇਹ ਪੰਜਾਬੀਆਂ ਤੇ ਸਿੱਖ ਭਾਈਚਾਰੇ ਦੇ ਵਿੱਚ ਵੀ ਬਹੁਤ ਵੱਡੇ ਪੱਧਰ ਦੇ ਉੱਤੇ ਚੱਲ ਰਿਹਾ। ਇਹ ਕਹਿ ਲਓ ਕਿ ਉਹਦੇ ਨਾਂ ਦੇ ਹੇਠ ਚੱਲ ਰਿਹਾ, ਜੇ ਮੈਂ ਇਹ ਕਹਾਂ ਤੇ ਉਹ ਜ਼ਿਆਦਾ ਠੀਕ ਹੋਊਗਾ। ਇਹ ਹੁਣ ਕੀ ਪਤਾ ਹੈ ਕਿ ਜਿਹਦੇ ਅਕਾਊਂਟ ਦੇ ਉੱਤੇ ਗੁਰੂ ਗੋਬਿੰਦ ਸਿੰਘ ਹੋਰਾਂ ਦੀ ਫੋਟੋ ਲੱਗੀ ਆ, ਗੁਰੂ ਨਾਨਕ ਸਾਹਿਬ ਦੀ ਫੋਟੋ ਲੱਗੀ ਆ, ਬਾਬਾ ਦੀਪ ਸਿੰਘ ਜੀ ਦੀ ਫੋਟੋ ਲੱਗੀ ਆ, ਗੁਰੂ ਗ੍ਰੰਥ ਸਾਹਿਬ ਜੀ ਦੀ ਫੋਟੋ ਲੱਗੀ ਆ, ਇਹ ਕੀ ਪਤਾ ਉਹਦੇ ਪਿੱਛੇ ਕੀ ਆ। ਪਰ ਜਿਹੜੇ ਸਾਡੇ ਵਿੱਚ ਨੇ ਉਹ ਉਹਨਾਂ ਨੂੰ ਪ੍ਰਮੋਟ ਕਰਦੇ ਨੇ। ਜਿਹੜੀ ਇੱਕ ਟਵਿੱਟਰ ਦੀ ਡੀਲ ਹੋਈ ਸੀਗੀ ਉਹ ਰੱਦ ਕਿਉਂ ਹੋਈ? ਕਿਉਂਕਿ ਉਹ ਇਹ ਕਹਿੰਦਾ ਕਿ ਫੇਕ ਅਕਾਊਂਟ ਦੇ ਬਾਰੇ ਦੇ ਵਿੱਚ ਪੂਰੀ ਜਾਣਕਾਰੀ ਮੈਨੂੰ ਦਿਓ ਤੇ ਮੈਂ ਇਹ ਨਹੀਂ ਚੱਲਣ ਦੇਣੇ। ਜਿਹੜੇ ਪਲੇਟਫਾਰਮ ਨੇ ਸੋਸ਼ਲ ਮੀਡੀਆ ਦੇ ਉਹ ਫੇਕ ਅਕਾਊਂਟਾਂ ਨੂੰ ਰੋਕਦੇ ਨਹੀਂ। ਉਹਨਾਂ ਨੂੰ ਇਹ ਲੱਗਦਾ ਕਿ ਫੇਕ ਅਕਾਊਂਟਾਂ ਕਰਕੇ ਉਹਨਾਂ ਦੀ ਗਿਣਤੀ ਜ਼ਿਆਦੀ ਹੈ। ਜੇ ਉਹ ਫੇਕ ਅਕਾਊਂਟ ਰੋਕ ਦੇਣ ਤੇ ਉਹਨਾਂ ਦੀ ਗਿਣਤੀ ਘਟ ਜਾਣੀ ਆ ਤੇ ਉਹਨਾਂ ਦੀ ਮਨੋਪਲੀ ਟੁੱਟ ਜੂਗੀ। ਉਹ ਭਾਰਤ ਦੇ ਵਿੱਚ ਕਿਉਂਕਿ ਜਿੰਨੀ ਹੇਟ ਤੌਰ ਦੇ ਉੱਤੇ ਹੇਟ ਸਪੀਚਸ ਜਾਂ ਹੇਟ ਸੁਨੇਹੇ, ਨਫ਼ਰਤੀ ਭਾਸ਼ਣ, ਨਫ਼ਰਤੀ ਸੁਨੇਹੇ ਜਿੰਨੇ ਭਾਰਤ ਦੇ ਵਿੱਚ ਅੱਗੇ ਫਾਰਵਰਡ ਕੀਤੇ ਜਾ ਰਹੇ ਨੇ, ਸ਼ਾਇਦ ਕਿਤੇ ਨਹੀਂ ਕੀਤੇ ਜਾ ਰਹੇ। ਜਦੋਂ ਕਿਸਾਨ ਅੰਦੋਲਨ ਚੱਲਦਾ ਸੀ ਉਦੋਂ ਕੁਝ ਲੋਕਾਂ ਨੇ ਜਿਹੜੇ ਵਿਦੇਸ਼ਾਂ ਦੇ ਵਿੱਚ ਰਹਿੰਦੇ ਆ, ਨਾਮਵਰ ਹਸਤੀਆਂ ਨੇ, ਉਹ ਇਹ ਕਹਿੰਦੀਆਂ ਸੀ ਕਿ ਸਾਨੂੰ ਨਹੀਂ ਸੀ ਪਤਾ ਕਿ ਇਹ ਟਰੋਲ ਆਰਮੀ ਕੀ ਹੁੰਦੀ ਆ। ਸਾਨੂੰ ਇਹ ਪਹਿਲੀ ਵਾਰੀ ਪਤਾ ਲੱਗਾ ਜਦੋਂ ਅਸੀਂ ਕਿਸਾਨਾਂ ਦੇ ਹੱਕ ਦੇ ਵਿੱਚ 2 ਅੱਖਰ ਲਿਖੇ ਤੇ ਟਰੋਲ ਆਰਮੀ ਸਾਡੇ ਪਿੱਛੇ ਵੀ ਪੈ ਗਈ। ਜਿਹੜੀਆਂ ਸਿਆਸੀ ਧਿਰਾਂ ਨੇ ਉਹਨਾਂ ਨੇ ਇਸ ਟਰੋਲ ਆਰਮੀ ਨੂੰ ਆਪਣਾ ਇੱਕ ਸਭ ਤੋਂ ਵੱਡਾ ਟੂਲ ਬਣਾ ਲਿਆ, ਇੱਕ ਟੂਲ ਦੇ ਤੌਰ ਦੇ ਉੱਤੇ ਵਰਤਣ ਲੱਗੇ ਔਰ ਉਹਨਾਂ ਨੂੰ ਇਹ ਲੱਗਿਆ ਕਿ ਸਾਡਾ ਸਭ ਤੋਂ ਇਹ ਇੱਕ ਕਾਰਗਰ ਹਥਿਆਰ ਹੈ। ਪਰ ਉਹ ਇਹ ਗੱਲ ਭੁੱਲ ਗਏ ਕਿ ਇਹ ਜਿਹੜਾ ਕਾਰਗਰ ਹਥਿਆਰ ਹੈ ਇਹ ਉਹਨਾਂ ਦੇ ਵਾਸਤੇ ਵੀ ਔਖਾ ਕਰ ਦੂਗਾ ਕਿਸੇ ਵੇਲੇ, ਖਾਸ ਤੌਰ ਦੇ ਉੱਤੇ ਭੱਜ। ਇਹ ਜਿਹੜੀਆਂ ਨਫ਼ਰਤੀ ਭਾਸ਼ਣ ਸੀ, ਨਫ਼ਰਤੀ ਸੁਨੇਹੇ ਸੀ, ਇਹ ਇੱਥੋਂ ਤੱਕ ਜਿਹੜੇ ਚਲੇ ਗਏ ਕਿ ਇਹਨਾਂ ਨੇ ਪੈਗੰਬਰ ਮੁਹੰਮਦ ਸਾਹਿਬ ਨੂੰ ਵੀ ਨਾ ਬਖਸ਼ਿਆ, ਉਹਦੇ ਉੱਤੇ ਵੀ ਟਿੱਪਣੀ ਕਰ ਦਿੱਤੀ। ਸ਼ਾਇਦ ਇਸ ਕਰਕੇ ਕਰ ਦਿੱਤੀ ਕਿ ਇਹ ਟਿੱਪਣੀ ਵੱਡੇ ਨੇਤਾਵਾਂ ਤੱਕ ਜਦੋਂ ਜਾਊਗੀ ਫਿਰ ਸਾਨੂੰ ਵੱਡੇ ਅਹੁਦੇ ਮਿਲਣਗੇ, ਕਿਉਂਕਿ ਪਛਾਣ ਇਹ ਹੋਣ ਲੱਗੀ ਨਾ ਕਿ ਕੌਣ ਕਿੰਨਾ ਨਫ਼ਰਤੀ ਭਾਸ਼ਣ ਬੋਲਦਾ ਤੇ ਉਹਨੂੰ ਉਹਨਾਂ ਉੱਚਾ ਅਹੁਦਾ ਦਿੱਤਾ ਜਾਂਦਾ। ਇਹ ਸਭ ਤੋਂ ਖਤਰਨਾਕ ਖੇਡ ਜਿਹੜੀ ਸੀ ਉਹ ਸਟਾਰਟ ਹੋ ਗਈ। ਹੁਣ ਕੀ ਹੋਇਆ ਉਹ ਸਭ ਨੂੰ ਪਤਾ। ਗਲਫ ਕੰਟਰੀਜ਼ ਜਿਹੜੀਆਂ ਉਹ ਇਕਜੁੱਟ ਹੋ ਗਈਆਂ, OIC UNO ਤੱਕ ਮਾਮਲਾ ਲੈ ਗਈ, ਬਾਈਕਾਟ ਇੰਡੀਆ ਹੈਸ਼ਟੈਗ ਦੇ ਉੱਤੇ ਟ੍ਰੈਂਡ ਕਰਨ ਲੱਗ ਗਿਆ। ਭਾਰਤ ਦੇ ਵਿੱਚ ਬਣਿਆ ਸਮਾਨ ਮਿਡਲ ਈਸਟ ਦੇ ਜਿਹੜੇ ਮੁਲਕ ਨੇ ਉਹਨਾਂ ਦੇ ਸਟੋਰਾਂ ਦੇ ਉੱਤੋਂ ਚੁੱਕਿਆ ਜਾਣ ਲੱਗ ਪਿਆ। ਜਦੋਂ ਚਫੇਰਿਓ ਫਸ ਗਏ ਤੇ ਚੇਤਾ ਆਇਆ ਵੀ ਇਹ ਕਿੱਧਰ ਨੂੰ ਕਹਾਣੀ ਤੁਰ ਪਈ। ਪਹਿਲਾਂ ਤਾਂ ਜਿਹੜੇ ਹੇਟ ਸਪੀਚ ਵਾਲੇ ਸੀਗੇ ਉਹਨਾਂ ਨੂੰ ਮਹਿਜ਼ ਪਾਰਟੀ ਚੋਂ ਕੱਢਿਆ ਗਿਆ, ਪਰ ਹੁਣ ਨੂਪੁਰ ਸ਼ਰਮਾ ਦੇ ਉੱਤੇ ਜਿਹੜਾ ਉਹ ਮਾਮਲਾ ਦਰਜ ਕਰ ਲਿਆ ਗਿਆ। ਸਾਵਾ ਕਰਨ ਦੇ ਵਾਸਤੇ ਅਸੂਦੀਨ ਓਵੈਸੀ ਦੇ ਉੱਤੇ ਵੀ ਮਾਮਲਾ ਦਰਜ ਕਰ ਲਿਆ ਗਿਆ। ਓਵੈਸੀ ਦੀ ਇਸ ਟਿੱਪਣੀ ਨੂੰ ਲੈ ਕੇ ਦਿੱਲੀ ਪੁਲਿਸ ਦੇ ਜਿਹੜਾ ਇੰਟੈਲੀਜੈਂਸ ਫਿਊਜ਼ਨ ਤੇ ਸਮਾਰਕ ਸੰਚਾਲਨ ਹੈ ਉਹਦੇ ਉੱਤੇ FIR ਦਰਜ ਕਰ ਲਈ ਹੈ। ਇਸ FIR ਦੇ ਵਿੱਚ ਸਵਾਮੀ ਯਤੀ ਨਰਸਿਮਹਾਨੰਦ ਦਾ ਨਾਮ ਵੀ ਹੈ। ਪੈਗੰਬਰ ਮੁਹੰਮਦ ਸਾਹਿਬ ਦੇ ਉੱਤੇ ਟਿੱਪਣੀ ਨੂੰ ਲੈ ਕੇ ਖਾੜੀ ਮੁਲਕਾਂ ਦੇ ਵਿੱਚ ਵਿਰੋਧ ਹੋ ਰਿਹਾ, ਜਿਹਦੇ ਕਰਕੇ ਕੇਂਦਰ ਦੀ ਸਰਕਾਰ ਸੁੱਤੀ ਪਈ ਉੱਠੀ ਆ ਕਿ ਇਸ ਮਾਮਲੇ ਦੇ ਉੱਤੇ ਸਖਤੀ ਕੀਤੀ ਜਾਵੇ, ਨਹੀਂ ਤਾਂ ਇਹ
ਮੁਲਕ ਦੀ ਰਹਿੰਦੀ ਖੂੰਦੀ ਜਿਹੜੀ ਇੱਜ਼ਤ ਆ ਉਹ ਰੋਲ ਕੇ ਰੱਖ ਦੇਣਗੇ। ਇਹਦੇ ਤੇ ਟਿੱਪਣੀ ਕਰਨ ਤੋਂ ਬਾਅਦ ਨੂਪੁਰ ਸ਼ਰਮਾ ਤੇ ਨਵੀਨ ਜਿੰਦਲ ਦੇ ਉੱਤੇ ਦਿੱਲੀ ਦੀ ਪੁਲਿਸ ਨੇ ਅੱਜ ਕਾਰਵਾਈ ਕੀਤੀ ਹੈ। ਪੁਲਿਸ ਨੇ ਭੜਕਾਊ ਬਿਆਨ ਦੇਣ ਦੇ ਮਾਮਲੇ ਦੇ ਉੱਤੇ ਚੱਲਦਿਆਂ ਕਈ ਲੋਕਾਂ ਦੇ ਖਿਲਾਫ ਵੱਖੋ ਵੱਖਰੀਆਂ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਔਰ ਜਿਹੜੀ FIR ਆ ਉਹਦੇ ਵਿੱਚ ਇਹ ਗੱਲ ਕਹੀ ਗਈ ਆ ਕਿ ਨਫ਼ਰਤੀ ਸੁਨੇਹੇ ਲੋਕਾਂ ਨੂੰ ਉਕਸਾਉਣ ਇਹ ਹਾਨੀਕਾਰਕ ਨੇ ਤੇ ਇਹ ਮਾਹੌਲ ਜਿਹੜੀ ਉਹ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਆ ਜਿਹੜਾ ਕਿ ਨਫ਼ਰਤੀ ਮਾਹੌਲ ਹੈ। ਦਿੱਲੀ ਪੁਲਿਸ ਨੇ ਸੋਸ਼ਲ ਮੀਡੀਆ ਦੇ ਉੱਤੇ ਝੂਠ ਫੈਲਾਉਣ ਪਰ ਭੜਕਾਊ ਬਿਆਨ ਦੇਣ ਨੂੰ ਲੈ ਕੇ ਸਖਤੀ ਕਰਨੀ ਸ਼ੁਰੂ ਕੀਤੀ ਹੈ। ਇਹਦੇ ਤਹਿਤ ਨੂਪੁਰ ਸ਼ਰਮਾ, ਨਵੀਨ ਜਿੰਦਲ, ਮੌਲਾਨਾ ਮੁਫਤੀ ਨਦੀਮ, ਅਬਦੁਲ ਰਹਿਮਾਨ, ਸ਼ਾਦਾਬ ਚੌਹਾਨ, ਸਬਾ ਨਕਵੀ, ਗੁਲਜ਼ਾਰ ਅੰਸਾਰੀ, ਅਨਿਲ ਕੁਮਾਰ ਮੀਣਾ, ਪੂਜਾ ਸ਼ੁਕਨ ਦੇ ਨਾਮ ਸ਼ਾਮਲ ਨੇ ਜਿਨ੍ਹਾਂ ਨੂੰ FIR ਦੇ ਵਿੱਚ ਰੱਖਿਆ ਗਿਆ। ਮੁਹੰਮਦ ਸਾਹਿਬ ਦੇ ਖਿਲਾਫ ਜਿਹੜੀ ਵਿਵਾਦਮਈ ਟਿੱਪਣੀ ਨੂੰ ਕਰਕੇ ਭਾਜਪਾ ਨੇਤਾ ਨੂਪੁਰ ਸ਼ਰਮਾ ਤੋਂ ਇਲਾਵਾ ਪੁਲਿਸ ਨੇ ਕਈ ਲੋਕਾਂ ਦੇ ਖਿਲਾਫ ਇਹ ਕਾਰਵਾਈ ਕੀਤੀ ਹੈ ਔਰ ਕਈ ਸੋਸ਼ਲ ਮੀਡੀਆ ਸੰਸਥਾਵਾਂ ਦੇ ਖਿਲਾਫ ਵੀ FIR ਦਰਜ ਕੀਤੀ ਗਈ ਹੈ। ਨੂਪੁਰ ਸ਼ਰਮਾ ਨੂੰ ਭਾਰਤੀ ਜਨਤਾ ਪਾਰਟੀ ਤੇ ਜਿਹੜਾ ਨਵੀਨ ਜਿੰਦਲ ਸੀਗਾ ਇਹਨੂੰ ਭੜਕਾਊ ਬਿਆਨਾਂ ਦੀ ਵਜ੍ਹਾ ਕਰਕੇ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਵਿੱਚੋਂ ਕੱਢ ਦਿੱਤਾ ਗਿਆ ਸੀਗਾ ਔਰ ਖਾੜੀ ਮੁਲਕਾਂ ਦੇ ਵਿੱਚ ਲਗਾਤਾਰ ਵਿਰੋਧ ਜਾਰੀ ਹੈ। ਖਾੜੀ ਮੁਲਕ ਇਹ ਗੱਲ ਕਹਿੰਦੇ ਆ ਕਿ ਭਾਰਤ ਇਸ ਮਾਮਲੇ ਦੇ ਉੱਤੇ ਮੁਆਫੀ ਮੰਗੇ, ਅਜੇ ਕਿਸੇ ਨੇ ਮੁਆਫੀ ਨਹੀਂ ਮੰਗੀ। ਹੈਰਾਨਗੀ ਇਹ ਵੀ ਆ ਕਿ ਅਜੇ ਤੱਕ ਇਸ ਮਾਮਲੇ ਦੇ ਉੱਤੇ ਕਿਸੇ ਵੱਡੇ ਨੇਤਾ, ਪ੍ਰਧਾਨ ਮੰਤਰੀ ਜਾਂ ਗ੍ਰਹਿ ਮੰਤਰੀ ਨੇ ਕੋਈ ਦਖਲ ਨਹੀਂ ਦਿੱਤਾ ਤੇ ਉਹਨਾਂ ਦਾ ਕਿਸੇ ਕਿਸਮ ਦਾ ਕੋਈ ਬਿਆਨ ਨਹੀਂ ਆਇਆ। ਹਾਲਾਂਕਿ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਬਿਆਨ ਜਾਰੀ ਕਰਕੇ ਇਹ ਗੱਲ ਆਖੀ ਗਈ ਆ ਕਿ ਭਾਰਤੀ ਜਨਤਾ ਪਾਰਟੀ ਸਾਰੇ ਧਰਮਾਂ ਦਾ ਸਨਮਾਨ ਕਰਦੀ ਆ ਤੇ ਉਹ ਨਫ਼ਰਤ ਫੈਲਾਉਣ ਵਾਲਿਆਂ ਦੇ ਕਦੇ ਵੀ ਹੱਕ ਦੇ ਵਿੱਚ ਨਹੀਂ ਰਹੀ। ਇਹ ਭਾਰਤੀ ਜਨਤਾ ਪਾਰਟੀ ਨੂੰ ਬਿਆਨ ਜਾਰੀ ਕਰਨਾ ਪੈ ਗਿਆ ਜੀ। ਔਰ ਜਿਹੜੀ ਇੱਕ ਵਾਇਰਲ ਵੀਡੀਓ ਸੀ ਉਹਦੇ ਵਿੱਚ ਇਹ ਦਾਅਵਾ ਕੀਤਾ ਗਿਆ ਸੀਗਾ ਕਿ ਨੂਪੁਰ ਨੇ ਇੱਕ TV ਸ਼ੋਅ ਦੇ ਵਿੱਚ ਗਿਆਨਵਾਪੀ ਜਿਹੜੀ ਮਸਜਿਦ ਹੈ ਉਹਦੀ ਬਹਿਸ ਦੇ ਦੌਰਾਨ ਮੁਹੰਮਦ ਸਾਹਿਬ ਦੇ ਉੱਤੇ ਜਿਹੜੀ ਇੱਕ ਵਿਵਾਦਤ ਟਿੱਪਣੀ ਕੀਤੀ ਸੀਗੀ। ਉਸ ਤੋਂ ਬਾਅਦ ਨੂਪੁਰ ਇਹ ਗੱਲ ਕਹਿੰਦੀ ਆ ਕਿ ਉਹਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ। ਉਹ ਕਹਿੰਦੀ ਆ ਕਿ ਉਹਦੇ ਪੋਸਟਰ ਲਾਏ ਜਾ ਰਹੇ ਨੇ। ਉਹਦੇ ਪੋਸਟਰ ਕਿਹਨੇ ਲਾਏ ਨੇ, ਧਮਕੀਆਂ ਉਹਨੂੰ ਕਿਹਨੇ ਦਿੱਤੀਆਂ ਨੇ? ਉਂਝ ਵੈਸੇ ਇਹ ਵੀ ਗੱਲ ਚੱਲੀ ਜਾ ਰਹੀ ਆ ਕਿ ਅਲ ਕਾਇਦਾ ਇਹ ਕਹਿੰਦੇ ਕਿ ਅਸੀਂ ਇਹਦਾ ਬਦਲਾ ਲੈਣਾ। ਅਲ ਕਾਇਦਾ ਤਾਂ ਵੈਸੇ ਕਿਤੇ ਕੋਈ ਇੰਨੀ ਸਟਰੋਂਗ ਨਹੀਂ ਰਹੀ। ਕਿਸੇ ਟਾਈਮ ਉਹ ਅਲ ਜਵਾਰੀ ਤੇ ਔਸਮਾ ਬਿਨ ਲਾਦਨ ਦੇ ਵੇਲੇ ਜ਼ਰੂਰ ਸਟਰੋਂਗ ਹੁੰਦੀ ਸੀਗੀ। ਉਹ ਧਮਕੀਆਂ ਜਾਂ ਇਸ ਤਰ੍ਹਾਂ ਦੇ ਪੋਸਟਰ ਜਿਹੜੇ ਨੇ ਉਹ ਆਪਣੀ ਸਕਿਨ ਸੇਵ ਕਰਨ ਦੇ ਵਾਸਤੇ ਵੀ ਲਵਾਏ ਹੋ ਸਕਦੇ ਆ। ਕੇਂਦਰ ਵਿਚਲੀ ਸਰਕਾਰ ਤੇ ਭਾਰਤੀ ਜਨਤਾ ਪਾਰਟੀ ਨੂੰ ਇੱਕ ਗੱਲ ਸਮਝਣ ਦੀ ਜ਼ਰੂਰਤ ਹੈ। ਮੁਲਕ ਪਹਿਲਾਂ ਸੱਤਾ ਆਉਂਦੀ ਜਾਂਦੀ ਰਹਿੰਦੀ ਆ, ਕਿਤੇ ਉਹ ਨਾ ਹੋਵੇ ਕਿ ਭਾਰਤੀ ਜਨਤਾ ਪਾਰਟੀ ਦੇ ਇਹ ਮੂੰਹ ਫੱਟ ਨੇਤਾ ਜਿਨ੍ਹਾਂ ਦੇ ਮੂੰਹ ਕੰਨਾਂ ਤੱਕ ਪਾਟੇ ਹੋਏ ਆ, ਭਾਰਤੀ ਜਨਤਾ ਪਾਰਟੀ ਤਾਂ ਛੱਡੋ, ਮੁਲਕ ਨੂੰ ਉਸ ਭੱਠੀ ਦੇ ਵਿੱਚ ਨਾ ਕਿਤੇ ਝੋਕ ਦੇਣ ਜਿਹਦਾ ਸੇਕ ਮੁਲਕ ਦੇ ਵਿੱਚ, ਪੂਰੇ ਮੁਲਕ ਦੇ ਵਿੱਚ ਫੈਲ ਜਾਵੇ ਤੇ ਇਹ ਨਫ਼ਰਤੀ ਅੱਗ ਮੁਲਕ ਦਾ ਨੁਕਸਾਨ ਕਰ ਦੇਵੇ। ਇਹ ਭਾਰਤੀ ਜਨਤਾ ਪਾਰਟੀ ਨੂੰ ਸੋਚਣਾ ਪਊਗਾ। ਜੇ ਉਹ ਅੱਜ ਨਹੀਂ ਸੋਚਦੀ ਤੇ ਇਹ ਚਿੰਗਾਰੀ ਜਿਹੜੀ ਆ ਉਹ ਭਾਂਬੜ ਬਣਨ ਲੱਗਿਆ ਵੀ ਬਹੁਤੀ ਦੇਰ ਨਹੀਂ ਲਗਾਊਗੀ। ਨੂਪੁਰ ਵਰਗੇ ਜਿਹੜੇ ਲੋਕ ਨੇ ਉਹਨਾਂ ਨੂੰ ਨੱਥ ਤਾਂ ਪਾਉਣੀ ਪਊਗੀ। ਜਿਹੜਾ ਭਾਰਤ ਹੈ ਉਹਦਾ ਸੰਵਿਧਾਨ ਜਿਹੜਾ ਉਹ ਵੱਖ-ਵੱਖ ਸਮੂਹਾਂ ਨੂੰ ਇਕੱਠੇ ਤੌਰ ਦੇ ਉੱਤੇ ਰੱਖਣ ਦੀ ਗੱਲ ਕਰਦਾ ਹੈ। ਜਿਹੜੇ ਫੰਡਾਮੈਂਟਲ ਰਾਈਟ ਨੇ ਉਹਦੇ ਵਿੱਚ ਹਰੇਕ ਵਿਅਕਤੀ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ। ਕਿਸੇ ਇੱਕ ਵਿਅਕਤੀ ਦਾ ਇਹ ਮੁਲਕ ਨਿਗਾ। ਜਿਹੜਾ ਸੰਵਿਧਾਨ ਹੈ ਉਹ ਜਿੱਥੋਂ ਸ਼ੁਰੂ ਹੁੰਦਾ ਵੀ ਦੀ ਪੀਪਲ, ਇੱਥੋਂ ਉਹ ਸਟਾਰਟ ਹੁੰਦਾ। ਜਿੰਨੀ ਨਫ਼ਰਤ ਇੱਕ ਫਿਰਕੇ ਦੇ ਪ੍ਰਤੀ ਪਿਛਲੇ ਕੁਝ ਸਾਲਾਂ ਦੇ ਦੌਰਾਨ ਵੇਖਣ ਨੂੰ ਮਿਲੀ ਆ, ਖਾਸ ਤੌਰ ਦੇ ਉੱਤੇ ਆ ਹੁਣ ਪਿਛਲੇ 1.5 ਸਾਲ ਤੋਂ ਵੇਖਣ ਸੁਣਨ ਨੂੰ ਮਿਲ ਰਹੀ ਆ, ਪਤਾ ਨਹੀਂ ਉਹ ਕਿਸ ਜਗ੍ਹਾ ਦੇ ਉੱਤੇ ਲੈ ਜੂਗੀ। ਇਹ ਜਿਹੜਾ ਮਿਡਲ ਈਸਟ ਦੇ ਵਿੱਚ, ਗਲਫ ਕੰਟਰੀਜ਼ ਦੇ ਵਿੱਚ ਭਾਰਤ ਦਾ ਵਿਰੋਧ ਹੋਣਾ ਸ਼ੁਰੂ ਹੋਇਆ, ਸ਼ਾਇਦ ਹੋ ਸਕਦਾ ਹੈ ਕਿ ਇਹਦੇ ਤੋਂ ਭਾਰਤੀ ਜਨਤਾ ਪਾਰਟੀ ਕੁਛ ਨਾ ਕੁਛ ਸਿੱਖ ਲੇ ਤੇ ਇਹਨਾਂ ਬੜਬੋਲੇ ਨੇਤਾਵਾਂ ਨੂੰ ਝੱਬੂ ਪਾਵੇ। ਜੀ, ਰੁਖ ਕਰਦੇ ਹਾਂ ਅਗਲੇ ਮੁੱਦੇ ਵੱਲ, ਪਰ ਇਸ ਵੇਲੇ ਵੇਲਾ ਇੱਕ ਛੋਟੀ ਜਿਹੀ ਬ੍ਰੇਕ ਦਾ ਹੋ ਚੁੱਕਾ ਹੈ। ਜਲਦ ਹਾਜ਼ਰ ਹੁੰਨੇ ਹਾਂ।
ਬ੍ਰੇਕ ਤੋਂ ਬਾਅਦ ਪੰਜਾਬੀ ਨੈਸ਼ਨਲ ਟੀਵੀ ਦੇ ਨਾਲ ਜੁੜੇ ਹੋਏ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ। ਪਨੂ ਸਾਹਿਬ, ਅਗਲੀ ਖਬਰ ਜਿਹੜੀ ਉਹ ਮੱਧ ਪ੍ਰਦੇਸ਼ ਦੀ ਹੈ। ਖਬਰ ਇਹ ਹੈ ਕਿ ਮੁਆਵਜ਼ਾ ਲੈਣ ਲਈ ਉੱਥੇ ਰੇਪ ਕੇਸ ਦਰਜ ਹੋ ਰਹੇ ਨੇ। ਕੀ ਹੈ ਜੀ ਪੂਰਾ ਮਾਮਲਾ? ਦੇਖੋ, ਕੁਝ ਧਾਰਾਵਾਂ ਨਾ ਜੀ ਇੱਥੇ ਹੈਗੀਆਂ ਨੇ ਇਸ ਤਰ੍ਹਾਂ ਦੀਆਂ ਜਿਨ੍ਹਾਂ ਦਾ ਯੂਜ਼ ਘੱਟ, ਮਿਸਯੂਜ਼ ਜ਼ਿਆਦਾ ਹੋਇਆ। ਉਂਝ ਵੈਸੇ ਆਪਾਂ ਇੱਕ ਸੁਪਰੀਮ ਕੋਰਟ ਦਾ ਜਿਹੜਾ ਫੈਸਲਾ ਸੀ ਉਹਦੇ ਉੱਤੇ ਬੜੇ ਵਿਸਥਾਰ ਦੇ ਨਾਲ ਗੱਲਾਂ ਕੀਤੀਆਂ ਹੋਈਆਂ ਨੇ, ਜਿਹੜਾ ਦੇਸ਼ ਧਰੋਹੀ ਵਾਲਾ ਮਾਮਲਾ ਸੀ ਕਿ ਦੇਸ਼ ਧਰੋਹੀ ਦੀ ਧਾਰਾ ਜਿਹੜੀ ਆ ਉਹ ਕਿਵੇਂ ਮੂੰਹ ਬੰਦ ਕਰਨ ਦੇ ਵਾਸਤੇ ਵਰਤੀ ਜਾਂਦੀ ਰਹੀ ਹੈ। ਇਹ ਧਾਰਾ ਅੰਗਰੇਜ਼ਾਂ ਦੇ ਵੇਲੇ ਸਟਾਰਟ ਹੋਈ ਸੀ। ਹੁਣ ਆ ਕੇ ਕਿਤੇ ਕੁਝ ਲੋਕਾਂ ਨੇ ਜਿਹੜੇ ਉਹਨਾਂ ਨੇ ਇਹਨੂੰ ਚੈਲੰਜ ਕੀਤਾ ਤੇ ਇਹਨੂੰ ਰੋਕਿਆ ਜਾ ਸਕਿਆ। ਇੱਕ ਧਾਰਾ ਹੈਗੀ ਆ ਜੀ ਦਾਜ ਦਹੇਜ ਦੀ, 498 498 ਏ, ਦੋ ਧਾਰਾਵਾਂ ਨੇ। ਇਹਦਾ ਬਹੁਤ ਮਿਸਯੂਜ਼ ਕੀਤਾ ਜਾਂਦਾ। ਇਹਦੇ ਵਿੱਚ ਸਾਰੇ ਦਾ ਸਾਰਾ ਟੱਬਰ ਧਰ ਲਿਆ ਜਾਂਦਾ ਕਿ ਜੀ ਦਾਜ ਮੰਗਿਆ, ਜਿਹੜੀ ਨਨਾਣ ਸੀ ਉਹਨੇ ਵਾਲ ਫੜੇ, ਸੱਸ ਨੇ ਤੇਲ ਪਾਇਆ, ਉਹਨੇ ਤੀਲੀ ਲਾਈ। ਉਹ ਜਿਹੜੀ ਵਰਡਿੰਗ ਆ ਉਹ ਇੱਕੋ ਜਿਹੀ ਹੁੰਦੀ ਆ ਲਗਭਗ ਬਹੁਤੇ ਥਾਵਾਂ ਦੇ ਉੱਤੇ। ਮੈਂ ਨਹੀਂ ਇਹ ਕਹਿੰਦਾ ਕਿ ਸਾਰੇ ਕੇਸ ਇਹ ਗਲਤ ਨੇ, ਬਹੁਤ ਤਸ਼ੱਦਦ ਹੁੰਦਾ, ਬਹੁਤ ਤਸ਼ੱਦਦ ਸਹਿਣਾ ਪੈਂਦਾ ਲੜਕੀਆਂ ਨੂੰ, ਔਰਤ ਨੂੰ ਬਹੁਤ ਸਹਿਣਾ ਪੈਂਦਾ। ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈਗੀ। ਲਾਲਚੀ ਲੋਕਾਂ ਦੇ ਨਾਲ ਸਮਾਜ ਭਰਿਆ ਪਿਆ ਔਰ ਇੰਨਾ ਕੁ ਲਾਲਚ ਹੈ ਉਹਨਾਂ ਦਾ ਕਿ ਸਿਖਰ ਦੇ ਉੱਤੇ ਤੁਸੀਂ ਕਹਿ ਲਓ ਕਿ ਚਲੇ ਜਾਂਦੇ ਨੇ। ਅਕਸਰ ਜਦੋਂ ਗੱਡੀਆਂ ਕਿਸੇ ਲੈਣੀਆਂ ਹੋਣ ਤਾਂ ਕਈ ਵਾਰੀ ਉਹ ਕਹਿੰਦੇ ਹੁੰਦੇ ਆ ਕਿ ਜਿਨ੍ਹਾਂ ਦਿਨਾਂ 'ਚ ਵਿਆਹ ਜ਼ਿਆਦੇ ਹੁੰਦੇ ਆ ਨਾ, ਉਦੋਂ ਬਾਅਦ ਗੱਡੀਆਂ ਸਸਤੀਆਂ ਮਿਲ ਜਾਂਦੀਆਂ ਨੇ। ਤਾਂ ਮੈਂ ਇੱਕ ਵਾਰੀ ਸਵਾਲ ਕੀਤਾ ਸੀ, ਉਹ ਕਿਵੇਂ? ਉਹ ਕਹਿੰਦੇ ਜਿਹੜੀ ਗੱਡੀ ਆਉਂਦੀ ਆ ਲੜਕੀ ਵੱਲੋਂ, ਉਹਨੂੰ ਇਹ ਕੋਸ਼ਿਸ਼ ਹੁੰਦੀ ਆ ਕਿ ਝੱਟ ਦੇਣੀ ਉਹਨੂੰ ਵੇਚ ਦੇਵੇ ਬੰਦਾ, ਕਿਉਂਕਿ ਉਹ ਲੜਕੀ ਦੇ ਨਾਂ ਹੁੰਦੀ ਆ, ਵੀ ਉਹ ਵੇਚ ਕੇ ਫਿਰ ਉਹਨੂੰ ਇਹ ਲਾਲਚ ਦਿੱਤਾ ਜਾਂਦਾ ਆਪਾਂ ਵੱਡੀ ਗੱਡੀ ਲਵਾਂਗੇ, ਕਿਉਂਕਿ ਨਾਂ ਉਹਦੇ 'ਚੋਂ ਹਟਾਉਣਾ ਹੁੰਦਾ, ਵੀ ਉਹਦੇ ਉੱਤੇ ਵੀ ਨਾਂ ਨਾ ਰਹੇ। ਤਸ਼ੱਦਦ ਹੁੰਦਾ, ਇਹਦੇ 'ਚ ਕੋਈ ਡਾਊਟ ਵਾਲੀ ਗੱਲ ਨਹੀਂ ਗੀ। ਪਰ ਇਸ ਧਾਰਾ ਨੂੰ ਮਿਸਯੂਜ਼ ਵੀ ਬਹੁਤ ਕੀਤਾ ਜਾਂਦਾ। ਇੱਕ ਧਾਰਾ ਜਿਹੜੀ ਹੈਗੀ ਆ ਉਹ ਹੈ 376, ਜਿਹੜੀ ਰੇਪ ਦੀ ਧਾਰਾ। ਰੇਪ ਦੀਆਂ ਘਟਨਾਵਾਂ ਬਹੁਤ ਵਾਪਰਦੀਆਂ ਨੇ ਮੁਲਕ ਦੇ ਵਿੱਚ, ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਗੀ। ਔਰ ਪਿਛਲੇ ਸਾਲਾਂ ਤੋਂ ਆਪਾਂ ਦੇਖਦੇ ਰਹੇ ਹਾਂ ਕਿ ਜਿਹੜਾ ਮੇਲ ਦਾ ਕਿਹੋ ਜਿਹਾ ਇੱਕ ਘਿਨਾਉਣਾ ਚਿਹਰਾ ਵੀ ਸਾਹਮਣੇ ਆਇਆ। ਕਈ ਲੋਕ ਇਹ ਕਹਿ ਦਿੰਦੇ ਆ ਕਿ ਜਾਨਵਰਾਂ ਵਰਗਾ ਜਿਹੜਾ ਜੀ, ਜਾਨਵਰ ਇਸ ਤਰ੍ਹਾਂ ਨਹੀਂ ਕਰਦੇ, ਜਾਨਵਰ ਬਿਲਕੁਲ ਇਸ ਤਰ੍ਹਾਂ ਨਹੀਂ ਕਰਦੇ ਜਿਸ ਕਿਸਮ ਦੇ ਨਾਲ ਮਨੁੱਖ ਕਰਦਾ। ਆਪਾਂ ਬਹੁਤ ਸਾਰੀਆਂ ਡਰਾਉਣੀਆਂ ਕੁਝ ਘਟਨਾਵਾਂ, ਮੂੰਹ ਚੁੰਗਲਾਂ ਪਾ ਦੇਣ ਵਾਲੀਆਂ ਘਟਨਾਵਾਂ ਵੇਖੀਆਂ ਨੇ, ਸੁਣੀਆਂ ਨੇ। ਇਹਦੇ ਆਪਣੇ ਸਮੇਂ ਦੇ ਦੌਰਾਨ ਕੀ ਕੁਝ ਹੋਇਆ, ਉਹ ਦਿੱਲੀ ਵਾਲੀਆਂ ਘਟਨਾਵਾਂ, ਉਹ ਨਾਓ ਕਾਂਡ ਹੈ, ਉਹ ਜੰਮੂ ਕਸ਼ਮੀਰ ਦੇ ਵਿੱਚ ਹੋਇਆ ਸੀ, ਉਹ ਘਟਨਾਵਾਂ ਉਹਨਾਂ ਦਾ ਹਵਾਲਾ ਦਿੱਤਾ ਜਾ ਸਕਦਾ। ਇਹਦੇ ਬਾਵਜੂਦ ਇਹ ਜਿਹੜੀ ਧਾਰਾ ਹੈ ਇਹਦਾ ਮਿਸਯੂਜ਼ ਬਹੁਤ ਹੁੰਦਾ ਔਰ ਅੱਜ ਕੱਲ੍ਹ ਖਾਸ ਤੌਰ ਦੇ ਉੱਤੇ ਬਹੁਤ ਮਿਸਯੂਜ਼ ਹੋ ਰਿਹਾ। ਇਹ ਕਿਹਾ ਜਾਂਦਾ ਹੈ ਕਿ ਕਿਸੇ ਨੂੰ ਵੀ ਵਰਗਲਾ ਕੇ ਉਹਨੂੰ ਬਲੈਕਮੇਲ ਕੀਤਾ ਜਾਂਦਾ, ਇਹ ਧਾਰਾਵਾਂ ਦਾ ਡਰਾਵਾ ਦੇ ਕੇ। ਕੁਝ ਸੂਬਿਆਂ ਦੇ ਵਿੱਚ ਜਦੋਂ ਇਹ ਰੇਪ ਕੇਸ ਵਗੈਰਾ ਵਧੇ ਤੇ ਉਹਨਾਂ ਨੇ ਮੁਆਵਜ਼ਾ ਵਗੈਰਾ ਸਟਾਰਟ ਕਰਤਾ। ਮੱਧ ਪ੍ਰਦੇਸ਼ ਇਹਨਾਂ ਦੇ ਵਿੱਚੋਂ ਇੱਕ ਸੂਬਾ ਹੈ ਜਿੱਥੇ ਮੁਆਵਜ਼ਾ ਦਿੱਤਾ ਜਾਂਦਾ। ਤੇ ਇੱਕ ਸਰਵੇ ਜਿਹੜਾ ਉਹ ਇਹ ਕਹਿੰਦਾ ਕਿ ਮੱਧ ਪ੍ਰਦੇਸ਼ ਦੇ ਵਿੱਚ ਝੂਠੇ ਰੇਪ ਕੇਸ ਬਹੁਤ ਦਰਜ ਕਰਵਾਏ ਜਾ ਰਹੇ ਆ। ਉਹ ਇਸ ਕਰਕੇ ਦਰਜ ਕਰਵਾਏ ਜਾ ਰਹੇ ਆ ਕਿ ਇਹਦਾ ਮੁਆਵਜ਼ਾ ਲਿਆ ਜਾ ਸਕੇ। ਹੋ ਸਕਦਾ ਕਿਸੇ ਨੂੰ ਸੁਣ ਕੇ ਇਹ ਅਚੰਭਾ ਲੱਗਦਾ ਹੋਵੇ, ਪਰ ਰਿਐਲਿਟੀ ਆ। ਮੱਧ ਪ੍ਰਦੇਸ਼ ਦੇ ਵਿੱਚ ਰਾਜ ਸਰਕਾਰ SC ST ਜਿਹੜੀ ਐਟਰੋਸਿਟੀ ਐਕਟ ਦੇ ਤਹਿਤ ਪੀੜਤ ਔਰਤ ਜਿਹੜੀ ਆ ਉਹਨੂੰ 4 ਲੱਖ ਦਾ ਮੁਆਵਜ਼ਾ ਦਿੰਦੀ ਆ। ਇਸ ਮੁਆਵਜ਼ੇ ਦੇ ਵਾਸਤੇ ਇਸ ਤਰ੍ਹਾਂ ਦੇ ਝੂਠੇ ਰੇਪ ਕੇਸ ਦਰਜ ਕਰਵਾਏ ਜਿਹੜੇ ਉਹ ਜਾ ਰਹੇ ਆ। ਇੱਕ ਔਰਤ ਆ ਜਿਹਨੇ ਇੱਕ ਵਿਅਕਤੀ ਦੇ ਉੱਤੇ ਬੇਟੀ ਦੇ ਨਾਲ ਰੇਪ ਦਾ ਮਾਮਲਾ ਦਰਜ ਕਰਾਇਆ। ਵਿਅਕਤੀ ਦੀ ਗ੍ਰਿਫਤਾਰੀ ਹੋ ਗਈ, ਜੇਲ੍ਹ ਭੇਜਤਾ। ਜਦੋਂ ਮਾਮਲੇ ਦੀ ਸੁਣਵਾਈ ਸ਼ੁਰੂ ਹੋਈ ਤਾਂ ਔਰਤ ਨੇ ਟਰਾਇਲ ਕੋਰਟ ਦੇ ਵਿੱਚ ਕਬੂਲਿਆ ਕਿ ਸਧਾਰਨ ਝਗੜੇ ਦੇ ਵਿੱਚ ਉਹਨੇ ਦੋਸ਼ੀ ਦੇ ਉੱਤੇ ਆਪਣੀ ਨਾਬਾਲਗ ਬੇਟੀ ਦੇ ਰੇਪ ਦਾ ਝੂਠਾ ਕੇਸ ਦਰਜ ਕਰਵਾ ਦਿੱਤਾ ਸੀਗਾ। ਮਾਮਲਾ ਜੱਬਲਪੁਰ ਹਾਈ ਕੋਰਟ ਦੇ ਵਿੱਚ ਪਹੁੰਚਿਆ। 17 ਮਈ 2022 ਨੂੰ ਹਾਈ ਕੋਰਟ ਨੇ ਦੋਸ਼ੀ ਨੂੰ ਨਾ ਸਿਰਫ ਜ਼ਮਾਨਤ ਦੇ ਦਿੱਤੀ, ਬਲਕਿ ਇਹ ਗੱਲ ਕਹੀ ਕਿ ਟਰਾਇਲ ਕੋਰਟ ਰੇਪ ਵਿਕਟਮ ਨੂੰ ਰਾਜ ਸਰਕਾਰ ਤੋਂ ਮਿਲਿਆ ਮੁਆਵਜ਼ਾ ਵਾਪਸ ਕਰਨ ਦੇ ਵਾਸਤੇ ਆਖੇ। ਅਨੁਸੂਚਿਤ ਜਾਤੀ ਤੇ ਅਨੁਸੂਚਿਤ ਜਨਜਾਤੀ ਦੀ ਇੱਕ ਔਰਤ ਦੇ ਨਾਲ ਰੇਪ ਹੋਣ ਦੇ ਉੱਤੇ ਰਾਜ ਸਰਕਾਰ 4 ਲੱਖ ਰੁਪਏ ਦਾ ਮੁਆਵਜ਼ਾ ਦਿੰਦੀ ਆ। ਮਾਮਲੇ ਦੇ ਵਿੱਚ FIR ਦਰਜ ਹੋਣ ਦੇ ਉੱਤੇ 1 ਲੱਖ,
ਕੋਰਟ ਦੇ ਵਿੱਚ ਚਾਰਜ ਸ਼ੀਟ ਪੇਸ਼ ਹੋਣ ਦੇ ਉੱਤੇ 2 ਲੱਖ ਰੁਪਏ ਦਿੱਤੇ ਜਾਂਦੇ ਆ, ਮਤਲਬ ਕਿ 3 ਲੱਖ ਰੁਪਈਆ ਸਜ਼ਾ ਹੋਣ ਤੋਂ ਪਹਿਲਾਂ ਦੇ ਦਿੱਤਾ ਜਾਂਦਾ। ਜੇ ਦੋਸ਼ੀ ਨੂੰ ਸਜ਼ਾ ਹੋ ਜਾਂਦੀ ਆ ਤਾਂ ਪੀੜਤ ਨੂੰ 1 ਲੱਖ ਰੁਪਈਆ ਹੋਰ ਦਿੱਤਾ ਜਾਂਦਾ। ਸਜ਼ਾ ਨਾ ਵੀ ਹੋਵੇ, ਪਹਿਲਾਂ ਦਿੱਤਾ ਗਿਆ ਮੁਆਵਜ਼ਾ ਵਾਪਸ ਨਹੀਂ ਮੰਗਿਆ ਜਾਂਦਾ। ਔਰ ਇਹ ਸਿਰਫ SC ST ਵਰਗ ਦੇ ਵਾਸਤੇ ਆ, ਕਿਸੇ ਹੋਰ ਦੇ ਵਾਸਤੇ ਨਹੀਂ। ਇਹ ਜਿਹੜਾ ਇੱਕ ਇਹਦੇ ਵਿੱਚ ਕਲੌਜ਼ ਆ ਨਾ ਕਿ ਸਜ਼ਾ ਨਹੀਂ ਹੋਈ, ਬਰੀ ਹੋ ਗਿਆ, ਕੋਈ ਗੱਲ ਨਹੀਂ, ਜਿਹੜਾ 3 ਲੱਖ ਪਹਿਲਾਂ ਗਿਆ ਹੋਇਆ ਉਹ ਗਿਆ, ਉਹ ਵਾਪਸ ਨਹੀਂ ਮੰਗਿਆ ਜਾਂਦਾ। ਜਿਹੜੇ ਜਿਹੜੀ ਹਾਈ ਕੋਰਟ ਦੇ ਵਿੱਚ ਮਾਮਲਾ ਗਿਆ, ਜੱਬਲਪੁਰ ਹਾਈ ਕੋਰਟ ਦੇ ਵਿੱਚ, ਉਹਦੇ 'ਚ ਨਿਵੇਕਲਾ ਕੀਤਾ ਹਾਈ ਕੋਰਟ ਨੇ ਕਿ ਜਿਹੜਾ ਮੁਆਵਜ਼ਾ ਦਿੱਤਾ ਹੋਇਆ 3 ਲੱਖ ਉਹ ਵਾਪਸ ਲਓ ਇਹਦੇ ਕੋਲੋਂ, ਤਾਂ ਕਿ ਗਾਂ ਜਿਹੜਾ ਪਤਾ ਰਹੇ। ਜਿਹੜੀ ਮੱਧ ਪ੍ਰਦੇਸ਼ ਦੀ ਸਰਕਾਰ ਹੈ ਉਹ ਗੈਂਗ ਰੇਪ ਵਾਲੇ ਨੂੰ 4 ਲੱਖ ਰੁਪਈਆ ਦਿੰਦੀ ਹੈ, ਗੈਂਗ ਰੇਪ ਵਾਲੇ ਨੂੰ 8.25 ਲੱਖ ਰੁਪਈਆ, ਸਮਾਜਿਕ ਤੇ ਆਰਥਿਕ ਜਿਨ੍ਹਾਂ ਦਾ ਬਾਈਕਾਟ ਕਰ ਦਿੱਤਾ ਜਾਂਦਾ ਉਹਨੂੰ 4.5 ਲੱਖ ਰੁਪਈਆ, ਕਤਲ ਹੋ ਜਾਂਦਾ ਉਹਦੇ ਵਿੱਚ ਤੇ 8.25 ਲੱਖ ਰੁਪਈਆ, ਅਪਮਾਨਿਤ ਕੀਤਾ ਜਾਂਦਾ 1 ਲੱਖ ਰੁਪਈਆ, ਜ਼ਮੀਨ ਕਬਜ਼ਾ ਕੀਤਾ ਜਾਂਦਾ ਉੱਤੇ 1 ਲੱਖ ਰੁਪਈਆ, ਔਰ ਜਿਹੜਾ ਛੇੜਛਾੜ ਦੇ ਇਰਾਦੇ ਦੇ ਨਾਲ ਅਪਰਾਧਕ ਤੌਰ ਦੇ ਉੱਤੇ ਫੋਰਸਫੁਲੀ ਜਿਹੜਾ ਉਹਨੂੰ ਪਰੇਸ਼ਾਨ ਕੀਤਾ ਜਾਂਦਾ ਤੇ 2 ਲੱਖ ਰੁਪਈਆ, ਉਹਨੂੰ ਜਾਦੂ ਟੂਣੇ ਦੇ ਨਾਂ ਦੇ ਉੱਤੇ ਅਪਮਾਨਿਤ ਕੀਤਾ ਜਾਂਦਾ ਤੇ 1 ਲੱਖ ਰੁਪਈਆ, ਧਾਰਮਿਕ ਸਥਾਨ ਦੇ ਉੱਤੇ ਜਾਣ ਤੋਂ ਰੋਕਿਆ ਜਾਂਦਾ ਤੇ 4.25 ਲੱਖ ਰੁਪਈਆ। ਇਹ ਮੁਆਵਜ਼ਾ ਮੱਧ ਪ੍ਰਦੇਸ਼ ਦੀ ਸਰਕਾਰ ਜਿਹੜੀ ਉਹ ਦਿੰਦੀ ਹੈ। ਹੈਰਾਨੀਜਨਕ ਗੱਲਾਂ ਨੇ ਇਹ। ਦੇਖੋ, ਜਿਹੜੇ ਇਹਦੇ ਵਿੱਚ ਦੋਸ਼ ਲਾਏ ਜਾਂਦੇ ਨੇ ਕਿ ਇਹਦੇ ਵਾਸਤੇ ਇੰਨਾ, ਉਹ ਠੀਕ ਹੈ, ਆਪਣੀ ਜਗ੍ਹਾ ਦੇ ਉੱਤੇ ਰੋਕਣ ਦੇ ਵਾਸਤੇ ਕਾਨੂੰਨ ਹੈਗੇ ਨੇ। ਇਹ ਮੁਆਵਜ਼ੇ ਵਾਲੀ ਗੱਲ ਜਿਹੜੀ ਆ ਉਹ ਥੋੜੀ ਜਿਹੀ ਸਮਝ ਤੋਂ ਪਰੇ ਆ। ਇਹ ਸ਼ਾਇਦ ਕਿਤੇ ਨਾ ਕਿਤੇ ਵੋਟਾਂ ਬਟੋਰਨ ਦੇ ਵਾਸਤੇ, ਇਸ ਭਾਈਚਾਰੇ ਦੀਆਂ ਵੋਟਾਂ ਜਿਹੜੀਆਂ ਉਹ ਲੈਣ ਦੇ ਵਾਸਤੇ ਇਹ ਮੁਆਵਜ਼ਾ ਦਿੱਤਾ ਜਾਂਦਾ। ਅੰਕੜੇ ਦੱਸਦੇ ਆ ਕਿ SC ST ਐਟਰੋਸਿਟੀ ਐਕਟ ਦੇ ਤਹਿਤ ਦਰਜ ਰੇਪ ਦੇ ਮਾਮਲਿਆਂ ਦੇ ਵਿੱਚ ਹਰ 5 ਤੋਂ 4 ਦੋਸ਼ੀ ਬਰੀ ਹੋ ਰਿਹਾ। ਸਿਰਫ 20% ਕੇਸਿਸ ਨੇ ਜਿਨ੍ਹਾਂ ਦੇ ਵਿੱਚ ਸਜ਼ਾ ਹੋ ਰਹੀ ਹੈ। ਪੀੜਤ ਨੂੰ ਮਿਲਣ ਵਾਲਾ ਮੁਆਵਜ਼ਾ 100% ਵੰਡਿਆ ਜਾਂਦਾ। ਕੇਸ ਦਰਜ ਹੋਣ ਤੇ ਸਜ਼ਾ ਹੋਣ ਦੇ ਮਾਮਲਿਆਂ ਦੇ ਵਿੱਚ ਇੰਨਾ ਅੰਤਰ ਹੈ। ਉਹਦਾ ਰੀਜ਼ਨ ਕੀ ਹੈ? ਸਰਕਾਰੀ ਮੁਆਵਜ਼ਾ। ਕਈ ਰੇਪ ਪੀੜਤ ਜਿਹੜੀਆਂ ਨੇ ਉਹ 3 ਲੱਖ ਦਾ ਮੁਆਵਜ਼ਾ ਮਿਲਦਿਆਂ ਸਾਰ ਅਦਾਲਤ ਦੇ ਵਿੱਚ ਆਪਣੇ ਬਿਆਨ ਤੋਂ ਬਦਲ ਜਾਂਦੀਆਂ ਨੇ। FIR ਤੇ ਚਾਰਜ ਸ਼ੀਟ ਦਾਖਲ ਹੋਣ ਤੱਕ ਉਹ ਮੁਆਵਜ਼ਾ ਲੈ ਲੈਂਦੀ ਹੈ, ਕੋਰਟ ਦੇ ਵਿੱਚ ਕਹਿ ਦਿੰਦੀ ਹੈ ਰੇਪ ਹੋਇਆ ਹੀ ਨਹੀਂ, ਜਾਂ ਫਿਰ ਦਬਾਅ ਦੇ ਵਿੱਚ ਰੇਪ ਦਾ ਕੇਸ ਦਰਜ ਕਰਨ ਦੀ ਗੱਲ ਜਿਹੜੀ ਉਹ ਕਹਿ ਦਿੰਦੀ ਹੈ। 2021 ਦੇ ਵਿੱਚ 134.64 ਕਰੋੜ ਮੁਆਵਜ਼ਾ ਜਿਹੜਾ ਸੀਗਾ ਉਹ ਦਿੱਤਾ ਗਿਆ। 2020 ਦੇ ਵਿੱਚ 97.29 ਕਰੋੜ ਮੁਆਵਜ਼ਾ ਦਿੱਤਾ ਗਿਆ। 2019 ਦੇ ਵਿੱਚ 80.54 ਕਰੋੜ ਰੁਪਈਆ ਮੁਆਵਜ਼ਾ ਦਿੱਤਾ ਗਿਆ। 2018 ਦੇ ਵਿੱਚ 85 ਕਰੋੜ ਰੁਪਈਆ, 17 ਦੇ ਵਿੱਚ ਲਗਭਗ 60 ਕਰੋੜ ਰੁਪਈਆ ਤੇ 16 ਦੇ ਵਿੱਚ 33.69 ਕਰੋੜ ਰੁਪਈਆ ਜਿਹੜਾ ਉਹ ਦਿੱਤਾ ਗਿਆ। 16 ਤੋਂ 22 ਤੱਕ 33.69 ਕਰੋੜ ਤੋਂ ਆਉਂਦਾ ਇਹ 21 ਦੇ ਵਿੱਚ 134.64 ਕਰੋੜ ਤੱਕ ਪਹੁੰਚ ਗਿਆ। ਮਤਲਬ ਸਿੱਧਾ ਹੈ ਕਿ ਮੁਆਵਜ਼ਾ ਲੈਣ ਦੇ ਵਾਸਤੇ ਕੇਸ ਦਰਜ ਕਰਾਏ ਜਾਂਦੇ ਨੇ। ਇਸ ਐਕਟ ਦੇ ਵਿੱਚ 47 ਕੈਟਾਗਰੀ ਦੇ ਵਿੱਚ ਮੁਆਵਜ਼ੇ ਦੀ ਪ੍ਰੋਵੀਜ਼ਨ ਹੈ। ਮੱਧ ਪ੍ਰਦੇਸ਼ ਦੇ ਵਿੱਚ ਪਿਛਲੇ 6 ਸਾਲ ਦੇ ਵਿੱਚ ਸਾਰੀਆਂ ਕੈਟਾਗਰੀ ਨੂੰ ਮਿਲਾ ਕੇ 43,560 ਮਾਮਲਿਆਂ ਦੇ ਵਿੱਚ 490 ਕਰੋੜ ਰੁਪਏ ਤੋਂ ਜ਼ਿਆਦਾ ਦਾ ਮੁਆਵਜ਼ਾ ਵੰਡਿਆ ਗਿਆ। ਇਸ ਦੌਰਾਨ ਸਜ਼ਾ ਸਿਰਫ 5,710 ਮਾਮਲਿਆਂ 'ਚ ਹੋਈ। ਕੱਲੇ ਰੇਪ ਕੇਸਾਂ ਦੀ ਗੱਲ ਕਰੀਏ ਤਾਂ 5,225 ਮਾਮਲਿਆਂ ਦੇ ਵਿੱਚੋਂ 96 ਕਰੋੜ ਰੁਪਏ ਦੀ ਮਦਦ ਦਿੱਤੀ ਗਈ। ਸਜ਼ਾ 21% ਕੇਸਾਂ ਦੇ ਵਿੱਚ ਹੋਈ। ਪਿਛਲੇ ਸਾਲ ਸਜ਼ਾ ਦੀ ਐਵਰੇਜ ਸਿਰਫ 12% ਸੀ। 6 ਸਾਲਾਂ ਦੇ ਵਿੱਚ 5225 ਰੇਪ ਕੇਸ ਦੇ ਵਿੱਚ 100 ਕਰੋੜ ਰੁਪਏ ਦੀ ਮਦਦ ਜਿਹੜੀ ਸੀ ਉਹ ਦਿੱਤੀ ਗਈ। 21 ਦੇ ਵਿੱਚ 1005 ਰੇਪ ਕੇਸ ਹੋਏ, 36 ਕਰੋੜ ਮੁਆਵਜ਼ਾ ਦਿੱਤਾ ਗਿਆ। 2020 ਦੇ ਵਿੱਚ 941 ਹੋਏ, 18 ਕਰੋੜ ਮੁਆਵਜ਼ਾ ਦਿੱਤਾ ਗਿਆ। 2019 ਦੇ ਵਿੱਚ 868 ਹੋਏ ਤੇ 15 ਕਰੋੜ ਰੁਪਈਆ ਮੁਆਵਜ਼ਾ ਜਿਹੜਾ ਉਹ ਦਿੱਤਾ ਗਿਆ। ਮੱਧ ਪ੍ਰਦੇਸ਼ ਪੁਲਿਸ ਜਿਹੜੀ ਆ ਉਹ ਇਹ ਵੀ ਕਹਿੰਦੀ ਆ ਕਿ ਲਿਵ ਇਨ ਰਿਲੇਸ਼ਨਸ਼ਿਪ ਦੇ ਵਿੱਚ ਜਿਹੜੇ ਲੋਕ ਰਹਿੰਦੇ ਆ, 2 ਬੱਚੇ ਵੀ ਆ, ਉਹਨਾਂ ਨੇ ਵੀ ਰੇਪ ਕੇਸ ਜਿਹੜੇ ਦੀ ਉਹ ਦਰਜ ਕਰਾਤੇ ਵੀ ਮੁਆਵਜ਼ਾ ਲਵਾਂਗੇ, ਜਦੋਂ ਚਾਰਜ ਸ਼ੀਟ ਪੇਸ਼ ਹੋ ਜਾਊਗੀ ਤੇ ਫਿਰ ਉਹ ਕੇਸ ਜਿਹੜਾ ਦੀ ਉਹ ਵਾਪਸ ਲੈ ਲਾਂਗੇ।
ਮਤਲਬ ਕਿ ਇਹ ਜਿਹੜੀ ਧਾਰਾ ਹੈ ਇਹਦੇ ਤਹਿਤ ਵੀ ਇਸ ਵੇਲੇ ਏਡੀ ਵੱਡੀ ਗਿਣਤੀ ਦੇ ਵਿੱਚ ਰੇਪ ਦੇ ਕੇਸ ਮੱਧ ਪ੍ਰਦੇਸ਼ ਦੇ ਵਿੱਚ ਦਰਜ ਹੋ ਰਹੇ ਆ ਤਾਂ ਕਿ ਮੁਆਵਜ਼ਾ ਲਿਆ ਜਾ ਸਕੇ। ਜੀ ਤੁਹਾਨੂੰ ਸਭ ਪ੍ਰੋਗਰਾਮ ਦਾ ਸਮਾਂ ਜਿਹੜਾ ਆ ਉਹ ਫਿਲਹਾਲ ਇੱਥੇ ਖਤਮ ਹੁੰਦਾ ਹੈ। ਤੁਸੀਂ ਬਹੁਤ ਸੋਹਣੀ ਜਾਣਕਾਰੀ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ, ਧੰਨਵਾਦ ਜੀ। ਉਮੀਦ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਸਾਡਾ ਅੱਜ ਦਾ ਇਹ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ। ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਤੁਸੀਂ ਆਪਣੀ ਰਾਏ ਸਾਡੇ ਨਾਲ ਸਾਂਝੀ ਕਰ ਸਕਦੇ ਆ ਤੇ ਕੱਲ ਨੂੰ ਅਸੀਂ ਨਵੇਂ ਮੁੱਦਿਆਂ ਦੇ ਨਾਲ ਹਾਜ਼ਰੀ ਭਰਾਂਗੇ। ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ ਜੀ ਪੰਜਾਬੀ ਨੈਸ਼ਨਲ ਟੀਵੀ ਦੇ ਨਾਲ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ।